हाँ जी स्टूडेंट्स, ਪੰਜਾਬ ਬੋਰਡ ਪੋਲੀਟੀਕਲ ਸਾਇੰਸ ਦਾ ਲੈਕਚਰ ਹੈਗਾ ਇਹ। ਇਹਦੇ ਵਿੱਚ ਆਪਾਂ ਪੇਪਰ ਤੋਂ ਥੋੜ੍ਹਾ ਜਿਹਾ ਚਿਰ ਪਹਿਲਾਂ ਕੁਇਕ ਰਿਵੀਜ਼ਨ ਕਰਾਂਗੇ। ਕਿਹੜੇ ਟੌਪਿਕਸ ਨੇ ਵੀ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਨੇਗੇ। ਸੋ 1 ਘੰਟੇ ਦੇ ਵਿੱਚ ਤੁਸੀਂ ਲਗਭਗ ਸਾਰੇ ਦੀ ਸਾਰੀ ਰਿਵੀਜ਼ਨ ਕਰ ਲਓਗੇ। ਇਹਦੇ ਵਿੱਚ ਆਪਾਂ ਮੇਨ ਟੌਪਿਕ ਹੀ ਦੇਖਾਂਗੇ, ਮੇਨ ਕੁਐਸਚਨ ਦੇਖਾਂਗੇ ਵੀ ਕਿਹੜੇ ਆ ਸਕਦੇ ਨੇ। ਵੱਡੇ ਵੀ ਆ ਸਕਦੇ ਨੇ, ਛੋਟੇ ਵੀ ਆ ਸਕਦੇ ਨੇ। ਠੀਕ ਹੈ, ਸੋ 1 ਘੰਟਾ ਪੂਰਾ ਕੰਸਨਟਰੇਟ ਕਰਕੇ ਇਹ ਪੜ੍ਹ ਲਓ। ਹੋ ਸਕਦਾ ਵੀਡੀਓ ਪਾਰਟ 'ਚ ਬਣੇ। ਠੀਕ ਹੈ, ਅੱਛਾ ਤੁਹਾਡਾ ਐਗਜ਼ਾਮ ਹੈਗਾ, ਉਹਦੇ ਲਈ ਤੁਹਾਨੂੰ ਬੈਸਟ ਆਫ ਲੱਕ। ਜਿਹਦੀ ਵੀ ਕੋਈ ਤਿਆਰੀ ਰਹਿੰਦੀ ਹੈ ਉਹ ਇੱਕ ਵਾਰ ਲੈਕਚਰ ਸੁਣ ਲਓ। ਸਭ ਤੋਂ ਪਹਿਲਾ ਕੁਐਸਚਨ ਹੈ ਯੂਨਾਈਟਿਡ ਨੇਸ਼ਨ ਕੀ ਹੈਗਾ। ਵਾਟ ਇਜ਼ ਯੂਨਾਈਟਿਡ ਨੇਸ਼ਨਸ? United Nations is an organization of countries which is working for world peace and security. ਯੂਨਾਈਟਿਡ ਨੇਸ਼ਨ ਉਹ ਸੰਸਥਾ ਹੈਗੀ ਜਿਹੜੀ ਸੰਸਾਰ ਦੇ ਸ਼ਾਂਤੀ ਅਤੇ ਸੁਰੱਖਿਆ ਦੇ ਲਈ ਕੰਮ ਕਰਦੀ ਹੈ। ਇਟ ਵਾਜ ਐਸਟੈਬਲਿਸ਼ ਔਨ 24 ਅਕਤੂਬਰ 1945, 24 ਅਕਤੂਬਰ 1945 ਨੂੰ ਇਹ ਬਣਾਈ ਗਈ ਸੀ। ਇਟਸ ਹੈੱਡ ਆਫਿਸ ਇਜ਼ ਇਨ ਨਿਊਯਾਰਕ ਸਿਟੀ, ਨਿਊਯਾਰਕ ਦੇ ਵਿੱਚ ਇਹਦਾ ਹੈੱਡ ਆਫਿਸ ਹੈ। ਇਟ ਇਜ਼ ਇਨੀਸ਼ੀਅਲ ਇੰਡੀਆ ਇਜ਼ ਇਨੀਸ਼ੀਅਲ ਮੈਂਬਰ। ਠੀਕ ਹੈ, 54 ਕਰੰਟਲੀ। ਠੀਕ ਹੈ, ਜਿਹੜਾ ਇਹਦੇ 54 ਮੈਂਬਰ ਸੀ ਇਨੀਸ਼ੀਅਲ, ਉਹਦੇ ਵਿੱਚੋਂ ਇੰਡੀਆ ਜਿਹੜਾ ਇਹਦਾ ਮੈਂਬਰ ਰਹੇਗਾ ਜਦੋਂ ਇਹ ਸੰਸਥਾ ਬਣੀ ਸੀਗੀ। ਅਤੇ ਕਰੰਟਲੀ ਇਹਦੇ ਜਿਹੜੇ ਹੈਗੇ ਨੇ ਇਸ ਟਾਈਮ 'ਤੇ 193 ਮੈਂਬਰ ਦੇਸ਼ ਨੇਗੇ। ਠੀਕ ਹੈ, ਅਤੇ 193 ਦੇਸ਼ ਮੈਂਬਰ ਨੇ ਇਸ ਸੰਸਥਾ ਦੇ। ਇੰਡੀਆ ਓਰੀਜਨਲ ਮੈਂਬਰ ਹੈਗਾ UN ਦਾ। ਜਦੋਂ ਇਹ ਬਣਿਆ ਸੀ ਉਦੋਂ 54 ਦੇਸ਼ਾਂ ਨੇ ਮਿਲ ਕੇ ਬਣਾਇਆ ਸੀਗਾ। ਠੀਕ ਹੈ, ਇਸ ਟਾਈਮ 'ਤੇ ਦੇ 193 ਦੇਸ਼ ਮੈਂਬਰ ਨੇ। ਅੱਗੇ ਕਰਦੇ ਹਾਂ, ਇਹਦੇ ਔਰਗਨ ਪੁੱਛੇ ਜਾਂਦੇ ਹੁੰਦੇ ਨੇ ਬੇਟਾ। ਔਰਗਨ ਕਿਹੜੇ ਕਿਹੜੇ ਨੇਗੇ ਯੂਨਾਈਟਿਡ ਨੇਸ਼ਨਸ ਦੇ? ਯੂਨਾਈਟਿਡ ਨੇਸ਼ਨਸ ਦੇ ਔਰਗਨ ਸਭ ਤੋਂ ਪਹਿਲਾਂ ਜਨਰਲ ਅਸੈਂਬਲੀ, ਮਹਾਸਭਾ ਜਿਹਨੂੰ ਕਹਿੰਦੇ ਨੇ ਆਪਾਂ, ਮਹਾਸਭਾ। ਉਸ ਤੋਂ ਬਾਅਦ ਸੁਰੱਖਿਆ ਪ੍ਰੀਸ਼ਦ, ਸਿਕਿਉਰਿਟੀ ਕੌਂਸਲ। ਠੀਕ ਹੈ, ਸੁਰੱਖਿਆ ਪ੍ਰੀਸ਼ਦ। ਉਸ ਤੋਂ ਬਾਅਦ ਟਰਸਟੀਸ਼ਿਪ ਕੌਂਸਲ ਆ ਜਾਂਦੀ ਹੈ। UN ਸੈਕਟਰੀਏਟ ਆ ਜਾਂਦਾ ਹੈ। ਇੰਟਰਨੈਸ਼ਨਲ ਕੋਰਟ ਆ ਜਾਂਦੀ ਹੈ, ਅੰਤਰਰਾਸ਼ਟਰੀ ਅਦਾਲਤ ਕਹਿ ਦਿੰਦੇ ਹਾਂ। ਇਕਨੋਮਿਕ ਐਂਡ ਸੋਸ਼ਲ ਕੌਂਸਲ, ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਆ ਜਾਂਦੀ ਹੈਗੀ। ਹੁਣ ਇਹਦੇ ਦਾ ਕੱਲਾ ਆਪਾਂ ਪੜ੍ਹਦੇ ਨੇ ਵੀ ਕੰਮ ਕੀ ਹੁੰਦਾ ਹੈਗਾ, ਕੀ ਕਰਦੇ ਨੇਗੇ ਇਹ, ਕਿਵੇਂ ਬਣਦੀਆਂ ਨੇਗੀਆਂ। ਤਾਂ ਸਭ ਤੋਂ ਪਹਿਲਾਂ ਹੁੰਦਾ ਹੈ ਜਨਰਲ ਅਸੈਂਬਲੀ। ਇਟ ਇਜ਼ ਕਾਲਡ ਵਰਲਡ ਪਾਰਲੀਮੈਂਟ। ਠੀਕ ਹੈ, ਜੇ ਉੱਥੇ ਕਿਉਂਕਿ ਅੱਜ ਕੱਲ੍ਹ ਇੰਟਰਨਲ ਬਹੁਤ ਪੁੱਛ ਰਿਹਾ ਹੈਗਾ ਪੰਜਾਬ ਬੋਰਡ, ਸੋ ਵਰਲਡ ਪਾਰਲੀਮੈਂਟ ਕਿਹਨੂੰ ਕਿਹਾ ਜਾਂਦਾ ਹੈਗਾ? ਜਨਰਲ ਅਸੈਂਬਲੀ ਨੂੰ। ਈਚ ਮੈਂਬਰ ਕੰਟਰੀ ਸੈਂਡਸ 5 ਰਿਪਰੈਜ਼ੈਂਟੇਟਿਵਸ। ਠੀਕ ਹੈ, 5 ਰਿਪਰੈਜ਼ੈਂਟੇਟਿਵਸ ਹਰੇਕ ਕੰਟਰੀ ਭੇਜਦੀ ਹੈਗੀ ਜਨਰਲ ਅਸੈਂਬਲੀ ਦੇ ਵਿੱਚ। ਬਟ ਹਿਜ਼ ਵੋਟ ਇਜ਼ ਕੰਸੀਡਰਡ ਐਜ਼ 1। 5 ਮੈਂਬਰਾਂ ਦੀ ਇੱਕ ਵੋਟ ਗਿਣੀ ਜਾਂਦੀ ਹੈਗੀ। ਦ ਮੀਟਿੰਗ ਆਫ ਮਹਾਸਭਾ ਇਜ਼ ਹੈਲਡ ਐਵਰੀ ਈਅਰ ਇਨ ਦ ਮੰਥ ਆਫ ਸੈਪਟੰਬਰ। ਸਤੰਬਰ ਦੇ ਮਹੀਨੇ ਦੀ ਕੀ ਰੱਖੀ ਜਾਂਦੀ ਹੈਗੀ? ਜਨਰਲ ਅਸੈਂਬਲੀ ਦੀ ਮੀਟਿੰਗ ਰੱਖੀ ਜਾਂਦੀ ਹੈ। ਇਟ ਪਾਸਸ ਦ ਐਨੂਅਲ ਬਜਟ ਆਫ ਯੂਨਾਈਟਿਡ ਨੇਸ਼ਨਸ। ਇਹਦਾ ਕੰਮ ਕੀ ਹੈਗਾ ਕਿ ਐਨੂਅਲ ਬਜਟ ਪਾਸ ਕਰਨਾ ਹੈਗਾ ਯੂਨਾਈਟਿਡ ਨੇਸ਼ਨ ਦਾ। ਬੇਟੇ ਇੰਟਰਨਲ ਬਹੁਤ ਪੁੱਛਿਆ ਜਾ ਰਿਹਾ, ਇਸ ਕਰਕੇ ਇੰਟਰਨਲ ਇਹਦੇ ਪੁਆਇੰਟ ਯਾਦ ਰੱਖੀ ਚੱਲਿਓ। ਠੀਕ ਹੈ, ਨੈਕਸਟ ਹੈ ਬੇਟੇ, ਨੈਕਸਟ ਦੇਖੋ, ਨੈਕਸਟ ਪੁਆਇੰਟ ਹੈਗਾ ਸਿਕਿਉਰਿਟੀ ਕੌਂਸਲ। ਠੀਕ ਹੈ, ਸਿਕਿਉਰਿਟੀ ਕੌਂਸਲ ਸੁਰੱਖਿਆ ਪ੍ਰੀਸ਼ਦ ਕੀ ਹੈਗੀ? ਸਿਕਿਉਰਿਟੀ ਕੌਂਸਲ ਇਜ਼ ਦ ਐਗਜ਼ੀਕਿਊਟਿਵ ਬੋਡੀ ਆਫ ਯੂਨਾਈਟਿਡ ਨੇਸ਼ਨਸ। ਇਹ ਐਗਜ਼ੀਕਿਊਟਿਵ ਬੋਡੀ ਹੈਗੀ ਯੂਨਾਈਟਿਡ ਨੇਸ਼ਨ ਦੀ, ਕਾਰਜਕਾਰੀ ਸੰਸਥਾ ਹੈਗੀ। ਇਟ ਹੈਜ਼ 5 ਪਰਮਾਨੈਂਟ ਐਂਡ 10 ਟੈਂਪਰੇਰੀ ਮੈਂਬਰਸ। 5 ਇਹਦੇ ਸਥਾਈ ਮੈਂਬਰ ਨੇ, 10 ਇਹਦੇ ਅਸਥਾਈ ਮੈਂਬਰ ਨੇਗੇ। 10 ਟੈਂਪਰੇਰੀ ਮੈਂਬਰਸ ਆਰ ਇਲੈਕਟਡ ਐਵਰੀ 2 ਈਅਰਸ ਬਾਏ ਮਹਾਸਭਾ। ਜਿਹੜੇ 10 ਅਸਥਾਈ ਮੈਂਬਰ ਨੇਗੇ, ਟੈਂਪਰੇਰੀ ਮੈਂਬਰ ਨੇ, ਉਹ ਮਹਾਸਭਾ ਚੁਣਦੀ ਹੁੰਦੀ ਹੈਗੀ ਵਿਦ 2/3 ਮੈਜੋਰਟੀ, 2/3 ਮੈਜੋਰਟੀ ਦੇ ਰਾਹੀਂ ਉਹ ਚੁਣੇ ਜਾਂਦੇ ਹੁੰਦੇ ਨੇ। ਹੁਣ ਜਿਹੜੇ 5 ਪਰਮਾਨੈਂਟ ਮੈਂਬਰ ਨੇ, ਠੀਕ ਹੈ, ਉਹ ਕਿਵੇਂ ਨੇਗੇ? 5 ਪਰਮਾਨੈਂਟ ਮੈਂਬਰ ਕਿਹੜੇ ਕਿਹੜੇ ਨੇਗੇ? ਰਸ਼ੀਆ, USA, ਫਰਾਂਸ, ਚਾਈਨਾ, ਇੰਗਲੈਂਡ। ਠੀਕ ਹੈ, ਇਹਨੂੰ ਯਾਦ ਰੱਖ ਲਿਓ, ਰਸ਼ੀਆ, USA, ਫਰਾਂਸ, ਚਾਈਨਾ ਅਤੇ ਇੰਗਲੈਂਡ। ਇਹ ਤੁਹਾਡਾ ਜੇ ਮੰਨ ਲਓ ਕੱਲ੍ਹ ਨੂੰ 4 ਨੰਬਰ ਦੇ ਵਿੱਚ ਵੀ ਆਉਂਦਾ ਤਾਂ ਤੁਸੀਂ ਇੰਨਾ ਕੁਐਸਚਨ ਨੂੰ ਬਣਾ ਕੇ ਦਿਖਾ ਸਕਦੇ ਹੋਗੇ। ਠੀਕ ਹੈ, 3 ਨੰਬਰਾਂ ਦੇ ਵਿੱਚ ਆਉਂਦਾ ਜੀ ਸਿਕਿਉਰਿਟੀ ਕੌਂਸਲ ਵਾਲਾ। ਵੈਸੇ ਇਹ 6 ਨੰਬਰ ਦੇ ਵਿੱਚ ਵੀ ਆ ਸਕਦਾ ਹੈਗਾ ਸਾਰਾ ਕੁਐਸਚਨ, ਜਿਹੜੇ ਔਰਗਨਸ ਨੇ ਇਹਦੇ। ਉਸ ਤੋਂ ਬਾਅਦ ਇੰਟਰਨੈਸ਼ਨਲ ਕੋਰਟ ਕੀ ਹੈਗੀ? ਦਿਸ ਕੋਰਟ ਇਜ਼ ਕੰਸਿਸਟਸ ਆਫ 15 ਜੱਜਸ।
ठीक है 15 जजां ਤੋਂ ਮਿਲ ਕੇ ਬਣੀ ਹੁੰਦੀ ਹੈ। ਹੂ ਆਰ ਇਲੈਕਟਡ ਫॉर 9 ਈਅਰਸ, ਜਿਹੜੇ ਕਿ 9 ਸਾਲਾਂ ਦੇ ਲਈ ਚੁਣੇ ਜਾਂਦੇ ਨੇਗੇ ਬਾਏ ਦਾ ਮੈਂਬਰ ਆਫ ਮਹਾਸਭਾ ਦੇ ਮੈਂਬਰਾਂ ਦੁਆਰਾ ਐਂਡ ਸਿਕਿਉਰਿਟੀ ਕਾਊਂਸਲ ਤੇ ਮਿਲ ਕੇ ਮਹਾਸਭਾ ਮਿਲ ਕੇ 15 ਜੱਜਾਂ ਦੀ ਚੋਣ ਕਰਦੀ ਹੈ। ਇਟ ਇਜ਼ ਨੈਸੈਸਰੀ ਫॉर ਆਲ ਟੂ ਅਸੈਪਟ ਦਾ ਡਿਸੀਜਨ ਆਫ ਦਿਸ ਕੋਰਟ, ਠੀਕ ਹੈ ਸਾਰਿਆਂ ਨੇ ਜ਼ਰੂਰੀ ਹੈਗਾ ਕਿ ਇਸ ਕੋਰਟ ਦਾ ਡਿਸੀਜਨ ਹੈ ਜਿਹੜਾ ਮੰਨਿਆ ਜਾਵੇ। ਇਸ ਤੋਂ ਬਾਅਦ ਆਉਂਦਾ ਸੈਕਟਰੀਏਟ। This organization is an administrative organ of United Nations. It implements policies and actions. Its chief is Secretary General। ਠੀਕ ਹੈ ਹੁਣ ਇਹਨੂੰ ਸਮਝਦੇ ਆਪਾਂ ਕਿ ਸੈਕਟਰੀਏਟ ਕੀ ਹੈਗਾ। ਇਹ ਆਰਗੇਨਾਈਜੇਸ਼ਨ ਐਡਮਿਨਿਸਟ੍ਰੇਸ਼ਨ ਚਲਾਉਂਦੀ ਹੈਗੀ ਯੂਨਾਈਟਿਡ ਨੇਸ਼ਨ ਦਾ। ਇਟ ਇੰਪਲੀਮੈਂਟਸ ਪਾਲਿਸੀਜ਼, ਇਹ ਪਾਲਿਸੀਆਂ ਨੂੰ ਬਣਾਉਂਦੀ ਹੈ ਅਤੇ ਇਹਨਾਂ ਨੂੰ ਲਾਗੂ ਕਰਨ ਦਾ ਕੰਮ ਕਰਦੀ ਹੈ। ਜਿਹੜਾ ਇਹਦਾ ਚੀਫ ਹੁੰਦਾ ਉਹ ਸੈਕਟਰੀ ਜਨਰਲ ਹੁੰਦਾ ਹੈਗਾ। ਐਟ ਪ੍ਰੈਜੈਂਟ ਯੂਨਾਈਟਿਡ ਨੇਸ਼ਨ ਦਾ ਸੈਕਟਰੀ ਜਨਰਲ ਕੌਣ ਹੈ? ਮਿਸਟਰ ਐਂਟੋਨੀਓ ਗੁਟਰੇਜ਼, ਠੀਕ ਹੈ ਇਹ ਯਾਦ ਰੱਖਣਾ ਹੈਗਾ। ਐਂਟੋਨੀਓ ਗੁਟਰੇਜ਼ ਇਸ ਵਕਤ ਕੀ ਹੈਗਾ ਸੈਕਟਰੀ ਜਨਰਲ ਹੈਗਾ UN ਦਾ। ਇਸ ਤੋਂ ਬਾਅਦ ਆ ਜਾਂਦੀ ਹੈ ਇਕਨੋਮਿਕ ਐਂਡ ਸੋਸ਼ਲ ਕੌਂਸਲ। ਇਕਨੋਮਿਕ ਐਂਡ ਸੋਸ਼ਲ ਕੌਂਸਲ ਕੀ ਹੈ? ਦੇਰ ਵਰ 54 ਮੈਂਬਰਸ ਇਨ there were 54 members in this council who were elected by ਮਹਾਸਭਾ for 3 years, ਠੀਕ ਹੈ 3 ਸਾਲਾਂ ਵਾਸਤੇ ਇਹਦੇ ਜਿਹੜੇ ਮੈਂਬਰ ਨੇ ਚੁਣੇ ਜਾਂਦੇ ਨੇਗੇ। ਦਿਸ ਕਾਊਂਸਲ ਡਾਇਰੈਕਟਸ ਇਕਨੋਮਿਕ ਐਂਡ ਸੋਸ਼ਲ ਵੈਲਫੇਅਰ ਐਕਟੀਵਿਟੀਜ਼, ਇਹ ਕੀ ਕਰਦੇ ਨੇਗੇ ਸਮਾਜਿਕ ਭਲਾਈ ਦੇ ਕੋਈ ਵੀ ਕੰਮ ਨੇਗੇ ਉਹ ਇਸ ਸੰਸਥਾ ਦੇ ਦੁਆਰਾ ਕੀਤੇ ਜਾਂਦੇ ਨੇ UN ਦੀ ਸੰਸਥਾ ਦੇ ਦੁਆਰਾ। ਉਸ ਤੋਂ ਬਾਅਦ ਆ ਜਾਂਦਾ ਟਰਸਟੀਸ਼ਿਪ ਕਾਊਂਸਲ। ਟਰਸਟੀਸ਼ਿਪ ਕਾਊਂਸਲ ਕੀ ਹੁੰਦੀ ਹੈ ਬੇਟੇ ਕਿ ਜਦੋਂ ਕੋਈ ਗੁਲਾਮ ਦੇਸ਼ ਆਜ਼ਾਦ ਹੋ ਰਿਹਾ ਹੁੰਦਾ ਸੋਵਰੀਅਨ ਹੋ ਰਿਹਾ ਹੁੰਦਾ ਗਾ ਤਾਂ ਉਹਨੂੰ UN ਦੇ ਵਿੱਚ ਮਤਲਬ UN ਉਹਨੂੰ ਸਪੋਰਟ ਕਰਦਾ ਹੈਗਾ, ਠੀਕ ਹੈ ਜਦੋਂ ਕੋਈ ਉਹ ਸਲੇਵਰੀ ਤੋਂ ਫਰੀ ਹੋ ਰਿਹਾ ਹੈਗਾ ਫਰੀਡਮ ਲੈਂਦਾ ਹੈਗਾ ਤਾਂ ਉਹ ਟਰਸਟੀਸ਼ਿਪ ਕਾਊਂਸਲ ਉਹਨੂੰ ਦੇਖ ਰੇਖ ਕਰਦੀ ਹੈ, ਠੀਕ ਹੈ ਇਹੀ ਚੀਜ਼ ਇਹਦੇ ਵਿੱਚ ਆਉਂਦੀ ਹੈ। The number of members of this council is not fixed, ਇਹਦਾ ਕੋਈ ਫਿਕਸ ਮੈਂਬਰ ਨਹੀਂ ਹੈਗਾ। ਟਰਸਟੀਸ਼ਿਪ ਕਾਊਂਸਲ one of the principal organ of the United Nations designed to supervision the government of trust territories and lead them to self government or independence, ਠੀਕ ਹੈ ਇਹਦੇ ਵਿੱਚ ਉਹ ਦੇਸ਼ ਆ ਜਾਂਦੇ ਨੇਗੇ ਜਿਹੜੇ ਆਪਣੀ ਸੈਲਫ ਗਵਰਨਮੈਂਟ ਬਣਾਉਣਾ ਚਾਹੁੰਦੇ ਨੇ, ਆਜ਼ਾਦੀ ਪ੍ਰਾਪਤ ਕਰਨਾ ਚਾਹੁੰਦੇ ਨੇ, ਉਹ ਟਰਸਟੀਸ਼ਿਪ ਕਾਊਂਸਲ ਦੇ ਵਿੱਚ ਆ ਜਾਂਦੇ ਨੇਗੇ, ਠੀਕ ਹੈ ਜੀ। ਉਸ ਤੋਂ ਬਾਅਦ ਇਹਦੀਆਂ ਕੁਝ ਏਜੰਸੀਆਂ ਦੇ ਨਾਮ ਨੇ ਜਿਹੜੇ ਤੁਸੀਂ ਯਾਦ ਰੱਖਣੇ ਨੇਗੇ। ਵੈਸੇ ਤਾਂ ਬਹੁਤ ਸਾਰੀਆਂ ਏਜੰਸੀਆਂ ਨੇ ਇਹਦੀਆਂ ਪਰ ਤੁਸੀਂ ਇਹਨਾਂ ਏਜੰਸੀਆਂ ਦਾ ਨਾਮ ਕਦੇ ਨਹੀਂ ਭੁੱਲਣੇ। ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ, WHO, ਵਰਲਡ ਬੈਂਕ, ਇੰਟਰਨੈਸ਼ਨਲ ਮੋਨੀਟਰੀ ਫੰਡ ਜਿਹਨੂੰ IMF ਵੀ ਕਹਿ ਦਿੰਦੇ ਹਾਂ, ਯੂਨਾਈਟਿਡ ਨੇਸ਼ਨ, ਠੀਕ ਹੈ ਯੂਨੈਸਕੋ ਦੀ ਜਿਹੜੀ ਯੂਨੈਸਕੋ ਵੀ ਇਸ ਦਾ ਪਾਰਟ ਹੈਗੀ UN ਦਾ, ਠੀਕ ਹੈ। ਉਸ ਤੋਂ ਬਾਅਦ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ, ਇਹਦਾ ਨਾਮ ਯਾਦ ਰੱਖਣਾ। ਇੰਟਰਨੈਸ਼ਨਲ ਬੈਂਕ ਫਾਰ ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ, ਇਸ ਦਾ ਨਾਮ ਯਾਦ ਰੱਖਣਾ। ਇਹ ਸਾਰੇ ਕੌਣ ਨੇ? ਏਜੰਸੀਜ਼ ਨੇ। ਪਹਿਲਾਂ ਆਪਾਂ ਕੀ ਪੜ੍ਹ ਕੇ ਆਏ ਹਾਂ? ਔਰਗਨਸ ਪੜ੍ਹ ਕੇ ਆਏ ਆਂਗੇ, ਠੀਕ ਹੈ। ਇਸ ਤੋਂ ਅੱਗੇ ਹੈਗਾ ਇੰਡੀਆਜ਼ ਰੋਲ ਇਨ UN ਦਾ ਕੀ ਰੋਲ ਹੈਗਾ ਇੰਡੀਆ ਦਾ ਕੀ ਰੋਲ ਹੈ UN ਦੇ ਵਿੱਚ। ਚਲੋ ਇਹ ਵੀ ਦੇਖ ਲੈਂਦੇ ਹੁਣ ਆਪਾਂ। ਯੂਨਾਈਟਿਡ ਨੇਸ਼ਨ ਹੈਡ 51 ਓਰੀਜਨਲ ਮੈਂਬਰ, ਠੀਕ ਹੈ ਯੂਨਾਈਟਿਡ ਨੇਸ਼ਨ ਜਦੋਂ ਬਣਿਆ ਸੀ ਸ਼ੁਰੂਆਤ ਦੇ ਵਿੱਚ ਹੀ ਪੜ੍ਹਿਆ ਸੀ ਕਿ ਇਹਦੇ 51 ਮੈਂਬਰ ਸੀਗੇ ਜਿਨ੍ਹਾਂ ਨੇ ਇਹਨੂੰ ਬਣਾਇਆ ਸੀ, 51 ਦੇਸ਼ਾਂ ਨੇ ਬਣਾਇਆ ਸੀਗਾ। ਅਤੇ ਇੰਡੀਆ ਇਜ਼ ਵਨ ਆਫ ਦਾ ਓਰੀਜਨਲ ਮੈਂਬਰ ਆਫ ਦਾ ਯੂਨਾਈਟਿਡ ਸਟੇਟਸ, ਇੰਡੀਆ ਉਹਨਾਂ 'ਚ 51 ਮੈਂਬਰਾਂ ਦੇ ਵਿੱਚੋਂ ਇੱਕ ਦੇਸ਼ ਸੀਗਾ। ਇੰਡੀਆ ਦੇ ਕਈ ਮਤਲਬ ਅਫਸਰ ਵੀ ਨੇਗੇ ਜਿਹੜੇ ਯੂਨਾਈਟਿਡ ਨੇਸ਼ਨ ਦੇ ਵਿੱਚ ਕੰਮ ਕਰ ਚੁੱਕੇ ਨੇਗੇ। ਸਭ ਤੋਂ ਪਹਿਲੀ ਜਿਹੜੀ ਵੂਮੈਨ ਸੀਗੀ ਵਿਜੇ ਲਕਸ਼ਮੀ ਪੰਡਿਤ 1954 ਦੇ ਵਿੱਚ ਫਸਟ ਵੂਮਨ ਮੈਂਬਰ ਸੀਗੀ। ਉਸ ਤੋਂ ਬਾਅਦ ਹਰਦੀਪ ਸਿੰਘ ਪੁਰੀ ਜਿਹੜੇ ਕਿ ਐਟ ਪ੍ਰੈਜੈਂਟ ਵੀ ਆਪਣੇ ਲੋਕ ਸਭਾ ਦੇ ਮੈਂਬਰ ਨੇਗੇ, ਠੀਕ ਹੈ ਕੈਬਨਿਟ ਮਿਨਿਸਟਰ ਵੀ ਹੈਗੇ ਨੇਗੇ ਉਹ, ਅਤੇ ਉਹ ਵੀ ਇੱਥੇ ਇਸ ਦੇ ਕੀ ਹੈ UN ਦੇ ਮੈਂਬਰ ਰਹੇ ਨੇਗੇ। ਅਤੇ ਡਾਕਟਰ ਰਾਧਾ ਕ੍ਰਿਸ਼ਨਨ ਕਿਰਨ ਬੇਦੀ ਇਹ ਵੀ ਯੂਨਾਈਟਿਡ ਨੇਸ਼ਨ ਦੇ ਆਫਿਸਰ ਰਹੇ ਨੇਗੇ, ਅਫੀਸ਼ੀਅਲ ਰਹੇ ਨੇਗੇ। ਉਸ ਤੋਂ ਬਾਅਦ ਇੰਡੀਆ ਨੇ ਕੀ ਕੀਤਾ UN ਦਾ, ਕਿਉਂਕਿ ਪੀਸ ਅਤੇ ਸਿਕਿਉਰਿਟੀ ਦੇ ਲਈ ਬਣਾਈ ਗਈ ਸੀਗੀ UN ਜਿਹੜੀ ਇਸਟੈਬਲਿਸ਼ ਹੋਈ ਸੀਗੀ, ਤਾਂ ਇੰਡੀਆ ਸੋਲਵਸ ਮੈਨੀ ਡਿਸਪਿਊਟ ਲਾਈਕ ਇਰਾਨ ਇਰਾਕ ਵਾਰ, ਸੁਏਜ਼ ਕਨਾਲ ਇਸ਼ੂ। ਤਾਂ ਇਰਾਨ ਇਰਾਕ ਵਾਰ ਨੂੰ ਰੋਕਣ ਦੇ ਵਿੱਚ ਇੰਡੀਆ ਨੇ ਰੋਲ ਪਲੇ ਕੀਤਾ। ਸੁਏਜ਼ ਕਨਾਲ ਇਸ਼ੂ ਹੈਗਾ ਉਸ ਨੂੰ ਸੋਲਵ ਕਰਨ ਦੇ ਲਈ ਇੰਡੀਆ ਨੇ ਰੋਲ ਪਲੇ ਕੀਤਾ, ਜੇ ਜੰਗ ਲੱਗਣ ਤੋਂ ਮਤਲਬ ਰੋਕਿਆ। ਇਸ ਕਰਕੇ ਆਪਾਂ ਕਹਿ ਸਕਦੇ ਕਿ ਇੰਡੀਆ ਨੇ ਸਪੋਰਟ ਕੀਤਾ UN ਦੇ
ਪੀਸ ਤੇ ਸਿਕਿਉਰਿਟੀ ਦੇ ਮਤਲਬ ਜਿਹੜਾ ਮੁੱਦਾ ਹੈਗਾ ਉਹਨਾਂ ਦਾ। ਇੰਡੀਆ ਹੈਜ਼ ਆਲਵੇਜ਼ ਅਪੋਜ਼ਡ ਰੇਸ਼ੀਅਲ ਡਿਸਕ੍ਰਿਮੀਨੇਸ਼ਨ, ਜਾਤ ਪਾਤ ਦੇ ਤੌਰ 'ਤੇ ਜਾਂ ਰੰਗ ਨਸਲ ਭੇਦ ਦੇ ਤੌਰ 'ਤੇ ਜਿਹੜਾ ਮਤਲਬ ਕੋਈ ਵਿਤਕਰਾ ਕੀਤਾ ਜਾਂਦਾ ਹੈ, ਡਿਸਕ੍ਰਿਮੀਨੇਟ ਕੀਤਾ ਜਾਂਦਾ ਹੈ, ਉਸ ਦੇ ਖਿਲਾਫ ਹੈਗਾ ਇੰਡੀਆ। ਯੂਨੈਸਕੋ, ਇੰਡੀਅਨ ਲੇਬਰ ਆਰਗੇਨਾਈਜੇਸ਼ਨ, IMF, these ਏਜੰਸੀਜ਼ ਹੈਵ ਪਲੇਡ ਐਨ ਇੰਪੋਰਟੈਂਟ ਰੋਲ ਇਨ ਦਾ ਡਿਵੈਲਪਮੈਂਟ ਆਫ ਇੰਡੀਆ। ਠੀਕ ਹੈ, ਇਹ ਸਾਰੀਆਂ ਏਜੰਸੀਆਂ ਨੇ ਜਿਹੜੀਆਂ ਉਹ ਭਾਰਤ ਦੀ ਵਿਕਾਸ ਦੇ ਵਿੱਚ ਮਦਦ ਕਰਦੀਆਂ ਨੇਗੀਆਂ। ਇੰਡੀਆਜ਼ ਗਲੋਬਲ ਰੋਲ ਇਨ ਫੇਸਿੰਗ ਕੋਵਿਡ-19 ਪੈਂਡੇਮਿਕ। ਠੀਕ ਹੈ, ਜਿਹੜੀ ਮਹਾਮਾਰੀ ਫੈਲੀ ਸੀ ਕੋਵਿਡ-19, ਉਸ ਨੂੰ ਰੋਕਣ ਦੇ ਵਿੱਚ ਵੀ ਇਸ ਨੇ ਬੜੀ ਮਤਲਬ ਕਹਿ ਦਈਏ ਉਤਸ਼ਾਹਪੂਰਵਕ ਕੰਮ ਕੀਤਾ ਇਹਨੇ। ਦ ਇਨਫੈਕਸ਼ੀਅਸ ਡਿਸੀਜ਼ ਦੈਟ ਬ੍ਰੋਕ ਆਊਟ ਇਨ ਦ ਚਾਈਨੀਜ਼ ਸਿਟੀ ਵੂਹਾਨ, ਜਿਹੜਾ ਕਿ ਵੂਹਾਨ ਸ਼ਹਿਰ ਤੋਂ ਫੈਲਿਆ ਸੀ ਐਟ ਦ ਐਂਡ ਆਫ 2029, ਕੁਇਕਲੀ ਸਪਰੈਡ ਆਲ ਓਵਰ ਦ ਵਰਲਡ, ਸਾਰੇ ਕਿਤੇ ਫੈਲ ਗਿਆ ਸੀ। ਔਨ ਮਾਰਚ 11 2020 ਦੇ ਵਿੱਚ ਫੈਲਿਆ ਸੀ। ਦ WHO ਡਿਕਲੇਅਰਡ ਇਟ ਐਨ ਐਪੀਡੈਮਿਕ। 11 ਮਾਰਚ 2020 ਨੂੰ WHO ਨੇ ਇਸ ਨੂੰ ਮਹਾਮਾਰੀ ਘੋਸ਼ਿਤ ਕੀਤਾ ਸੀ। ਇੰਡੀਆ ਸੁਜੈਸਟਡ ਦਾ ਯੂਜ਼ ਆਫ ਹਾਈਡਰੋਆਕਸੀ ਕਲੋਰੋਕੁਈਨ। ਠੀਕ ਹੈ, ਇਸ ਡਰੱਗ ਦਾ ਮਤਲਬ ਕਿ ਯੂਜ਼ ਦੇ ਲਈ ਸਲਾਹ ਦਿੱਤੀ ਸੀਗੀ ਇੰਡੀਆ ਨੇ। ਐਂਡ ਐਕਸਪੋਰਟ ਇਟ ਟੂ ਮੈਨੀ ਕੰਟਰੀਜ਼, ਇਸ ਨੂੰ ਐਕਸਪੋਰਟ ਕੀਤਾ ਸੀਗਾ, ਦੂਜੇ ਦੇਸ਼ਾਂ ਦੇ ਵਿੱਚ ਭੇਜਿਆ ਸੀਗਾ। ਠੀਕ ਹੈ, ਤਾਂ ਇੱਥੇ UN ਦੇ ਨਾਲ ਇੰਡੀਆ ਖੜਾ ਰਿਹਾ ਹੈਗਾ। ਇਹ ਸਾਡਾ ਜਿਹੜਾ ਹੈਗਾ ਇੱਕ ਕੁਐਸਚਨ ਕੰਪਲੀਟ ਹੋ ਚੁੱਕਿਆ ਹੈਗਾ। ਹੁਣ ਆਪਾਂ ਅੱਗੇ ਦੇਖਦੇ ਆਂਗੇ। ਹੁਣ ਗੱਲ ਇਹ ਵੀ ਹੈ ਕਿ ਇਹਦੇ ਵਿੱਚੋਂ ਤੁਹਾਨੂੰ 3-3 ਨੰਬਰਾਂ ਵਾਲੇ ਕੁਐਸਚਨ ਵੀ ਆ ਸਕਦੇ ਨੇ ਅਤੇ ਇਹ ਪੂਰਾ ਵੱਡਾ ਕੁਐਸਚਨ ਵੀ ਆ ਸਕਦਾ ਹੈਗਾ। ਤਾਂ ਜਿਵੇਂ ਵੀ ਆਵੇ, ਮੈਂ ਬਿਲਕੁਲ ਸੌਖਾ ਕਰਕੇ ਲਿਖਿਆ ਹੋਇਆ ਹੈ, ਇਹ ਪੁਆਇੰਟਸ ਨੂੰ ਕਦੇ ਨਾ ਭੁੱਲਿਓ। ਠੀਕ ਹੈ, ਅੱਗੇ ਦੇਖਦੇ ਆਪਾਂ। ਇਹ ਵੀ ਇੱਕ ਇੰਪੋਰਟੈਂਟ ਕੁਐਸਚਨ ਨੇਗੇ। ਇੰਡੀਆਜ਼ ਪਰਸਪੈਕਟਿਵ ਔਨ ਮੇਜਰ ਵਰਲਡ ਇਸ਼ੂਜ਼। ਠੀਕ ਹੈ, ਵੱਖ-ਵੱਖ ਜਿਹੜੇ ਵੱਡੇ ਮੁੱਦੇ ਨੇਗੇ ਵਰਲਡ ਦੇ, ਉਹਨਾਂ ਪ੍ਰਤੀ ਇੰਡੀਆ ਦਾ ਕੀ ਪਰਸਪੈਕਟਿਵ ਹੈਗਾ। ਠੀਕ ਹੈ, ਸਭ ਤੋਂ ਪਹਿਲਾਂ ਇਹਨਾਂ ਨੂੰ 3 ਭਾਗਾਂ ਦੇ ਵਿੱਚ ਵੰਡਦੇ ਆਪਾਂ। ਸਭ ਤੋਂ ਇੱਕ ਆਉਂਦਾ ਹੈਗਾ ਹਿਊਮਨ ਰਾਈਟਸ, ਡਿਸਆਰਮਾਮੈਂਟ, ਗਲੋਬਲਾਈਜੇਸ਼ਨ। ਠੀਕ ਹੈ, ਇਹ 3 ਟੌਪਿਕ ਨੇਗੇ, ਵਰਲਡ ਇਸ਼ੂ ਨੇਗੇ ਇਹ ਕੀ ਨੇਗੇ ਇਹ ਦੇਖ ਲੈਂਦੇ ਹਾਂ। ਟੂਡੇ ਦ ਵਰਲਡ ਹੈਜ਼ ਟੇਕਨ ਦ ਫਾਰਮ ਆਫ ਵਿਲੇਜ ਸਿੰਸ science and means of communication bring countries closer to each other. In this way, all the problems of the world also affect each other country. Therefore, their solution should be common. ਇਹਦਾ ਮਤਲਬ ਕੀ ਹੈਗਾ, ਇਹ ਵੀ ਸਮਝ ਲਓ ਕਿ ਸਾਰਾ ਜਿਹੜਾ ਸੰਸਾਰ ਹੈ ਇੱਕ ਪਿੰਡ ਦਾ ਰੂਪ ਧਾਰਨ ਕਰ ਚੁੱਕਿਆ ਹੈਗਾ। ਵਿਗਿਆਨ ਅਤੇ ਸੰਚਾਰ ਦੇ ਸਾਧਨਾਂ ਨੇ ਸਾਰੇ ਦੇਸ਼ਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ ਹੈ। ਇਨ ਦਿਸ ਵੇ, ਇਸ ਕਰਕੇ ਆਲ ਦਾ ਪ੍ਰੋਬਲਮਸ ਆਫ ਦਾ ਵਰਲਡ ਆਲਸੋ ਅਫੈਕਟ ਈਚ ਅਦਰ ਕੰਟਰੀ। ਠੀਕ ਹੈ, ਮਤਲਬ ਹਰ ਇੱਕ ਦੇਸ਼ ਇੱਕ ਦੂਜੇ ਦੇ ਨਾਲ ਜੁੜਿਆ ਹੋਇਆ ਹੈਗਾ, ਜਿਹਦੇ ਕਰਕੇ ਉਹਨਾਂ ਦੀਆਂ ਪ੍ਰੋਬਲਮਾਂ ਵੀ ਇੱਕ ਦੂਜੇ ਦੇ ਨਾਲ ਜੁੜੀਆਂ ਹੋਣਗੀਆਂ। ਦੇਅਰ ਫੋਰ ਦੇਅਰ ਸਲਿਊਸ਼ਨ ਸ਼ੁੱਡ ਬੀ ਕਾਮਨ, ਅਤੇ ਇਹਨਾਂ ਸਮੱਸਿਆਵਾਂ ਦੇ ਹੱਲ ਵੀ ਜਿਹੜੇ ਹੋਣਗੇ ਸਾਂਝੇ ਹੀ ਹੋਣਗੇ, ਨਾ ਕਿ ਲੜਾਈ ਦੇ ਨਾਲ। ਤਾਂ ਜਦੋਂ ਵੀ ਕਿਸੇ ਕੰਟਰੀ ਦੇ ਮਤਲਬ ਕਹਿ ਦਈਏ ਪ੍ਰੋਬਲਮਸ ਆਉਂਦੀਆਂ ਨੇ ਤਾਂ ਵਾਰ ਲੱਗ ਜਾਂਦੀ ਹੈ। ਠੀਕ ਹੈ, ਇਹ ਵਾਰ ਨੂੰ ਪ੍ਰੀਵੈਂਟ ਕਰਨ ਦੇ ਲਈ, ਅਵੋਇਡ ਕਰਨ ਦੇ ਲਈ ਆਪਾਂ ਯੂਨਾਈਟਿਡ ਨੇਸ਼ਨ ਨੂੰ ਬਣਾਇਆ ਸੀਗਾ। ਜਦੋਂ ਵੀ ਵਾਰ ਲੱਗਦੀ ਹੈ ਤਾਂ ਉਦੋਂ ਹਿਊਮਨ ਰਾਈਟਸ ਦਾ ਜਿਹੜਾ ਹੈਗਾ ਅਬੋਇਲਿਸ਼ ਹੋ ਜਾਂਦੇ ਨੇਗੇ, ਖਤਮ ਹੋ ਜਾਂਦੇ ਨੇਗੇ। ਮਨੁੱਖਤਾ ਨੂੰ ਨੁਕਸਾਨ ਪਹੁੰਚਦਾ ਹੈ, ਹਾਰਮ ਕਰਦੀ ਹੈ ਇਹ ਚੀਜ਼। ਇਸੇ ਚੀਜ਼ ਨੂੰ ਆਪਾਂ ਹਿਊਮਨ ਰਾਈਟਸ ਦੇ ਮਤਲਬ ਪੜ੍ਹਾਂਗੇ, ਹਿਊਮਨ ਰਾਈਟਸ ਦੇ ਵਿੱਚ ਪੜ੍ਹਾਂਗੇ। ਤਾਂ ਇੰਡੀਆ ਐਂਡ ਹਿਊਮਨ ਰਾਈਟਸ ਇੱਕ ਕੁਐਸਚਨ ਆਉਂਦਾ ਹੁੰਦਾ ਗਾ, ਇਹ ਦੇਖ ਲਓ। ਇੰਡੀਆ ਐਂਡ human rights. The meaning and importance of human rights. Since the last few decades, the topic of human rights is being discussed a lot at the international level. International level ਤੇ ਇਹ ਮੁੱਦਾ ਜਿਹੜਾ ਹੈਗਾ ਬਹੁਤ ਵਿਚਾਰਿਆ ਜਾਂਦਾ ਹੈਗਾ। Human rights are the basic facilities with which man is developed his all around development. ਠੀਕ ਹੈ, ਤਾਂ ਹਿਊਮਨ ਰਾਈਟਸ ਕੀ ਨੇਗੇ, ਇਹ ਉਹ ਬੇਸਿਕ ਫੈਸਿਲਿਟੀਜ਼ ਨੇਗੀਆਂ, ਉਹ ਕਹਿ ਦਈਏ ਮਤਲਬ ਸਹੂਲਤਾਂ ਨੇਗੀਆਂ ਜਿਹਦੇ ਨਾਲ ਬੰਦਾ ਵਿਕਾਸ ਕਰਦਾ ਹੈ। ਠੀਕ ਹੈ, ਆਲ ਅਰਾਊਂਡ ਡਿਵੈਲਪਮੈਂਟ ਹੁੰਦੀ ਹੈ ਉਹਦੀ। ਬਟ ਟੂਡੇ ਦਾ ਸਬਜੈਕਟ ਆਫ ਹਿਊਮਨ ਰਾਈਟ ਇਜ਼ ਅਜ਼ਿਊਮਿੰਗ ਅ ਸੀਰੀਅਸ ਪ੍ਰੋਬਲਮ। ਅੱਜ ਇਹ ਇੱਕ ਸੀਰੀਅਸ ਪ੍ਰੋਬਲਮ ਕਰਕੇ ਜਾਣਿਆ ਜਾਂਦਾ ਹੈਗਾ। ਥਾਊਜ਼ੈਂਡ ਆਫ ਪੀਪਲ
हैव फाउट फॉर ह्यूमन राइट्स। ठीक है, बहुत बंदे ने ਜਿਹੜੇ ਹਿਊਮਨ ਰਾਈਟਸ ਦੀ ਲੜਾਈ ਲੜ ਰਹੇ ਨੇ। ਇਨ 17th ਸੈਂਚੁਰੀ ਅ ਸਕਾਲਰ ਨੇਮਡ ਜੌਨ ਲੌਕ, ਠੀਕ ਹੈ, ਜੌਨ ਲੌਕ ਨੇ ਸਭ ਤੋਂ ਪਹਿਲਾਂ ਹਿਊਮਨ ਰਾਈਟਸ ਦੀ ਗੱਲ ਕੀਤੀ ਸੀ, ਯਾਦ ਰੱਖ ਲਿਓ। ਕੰਸਿਡਰਡ ਦਾ ਰਾਈਟ ਟੂ ਲਾਈਫ, ਲਿਬਰਟੀ ਐਂਡ ਪ੍ਰੋਪਰਟੀ ਐਜ਼ ਨੈਚੁਰਲ ਰਾਈਟਸ। ਤਾਂ ਇਹਨਾਂ ਗੱਲਾਂ ਦੀ ਜਿਹੜਾ ਮੁੱਦਾ ਚੱਕਿਆ ਸੀਗਾ, ਜ਼ਿੰਦਗੀ ਦਾ ਅਧਿਕਾਰ, ਆਜ਼ਾਦੀ ਦਾ ਅਧਿਕਾਰ, ਪ੍ਰੋਪਰਟੀ ਦਾ ਅਧਿਕਾਰ, ਠੀਕ ਹੈ, ਕੁਦਰਤੀ ਅਧਿਕਾਰਾਂ ਦੀ ਗੱਲ ਕੀਤੀ ਸੀ ਤਾਂ ਜੌਨ ਲੌਕ ਨੇ ਕੀਤੀ ਸੀਗੀ। ਦਿਸ ਇਜ਼ ਬੇਸ ਆਫ ਕੰਸੈਪਟ ਆਫ ਹਿਊਮਨ ਰਾਈਟਸ, ਇਹੀ ਗਾਹਾਂ ਆਧਾਰ ਬਣੇਗਾ ਹਿਊਮਨ ਰਾਈਟਸ ਦੇ ਕੰਸੈਪਟ ਦਾ। ਠੀਕ ਹੈ ਬੱਚੇ, ਇਹ ਚੀਜ਼ ਨੂੰ ਯਾਦ ਰੱਖਿਓ। ਅੱਗੇ ਦੇਖਦੇ ਆਪਾਂ। ਫਸਟ ਆਫ ਆਲ, ਅਮੈਰੀਕਾ ਗੇਵ ਬੇਸਿਕ ਰਾਈਟਸ ਟੂ ਇਟਸ ਸਿਟੀਜ਼ਨ। ਸਭ ਤੋਂ ਪਹਿਲਾਂ ਜੇ ਕਿਸੇ ਨੇ ਰਾਈਟਸ ਦਿੱਤੇ ਆਪਣੇ ਨਾਗਰਿਕਾਂ ਨੂੰ ਤਾਂ ਉਹ ਅਮਰੀਕਾ ਸੀ। ਇੰਡੀਆ ਹੈਜ਼ ਆਲਸੋ ਗਿਵਨ 6 ਫੰਡਾਮੈਂਟਲ ਰਾਈਟਸ, 6 ਫੰਡਾਮੈਂਟਲ ਰਾਈਟ ਆਪਣੇ ਸੰਵਿਧਾਨ ਦੇ ਵਿੱਚ ਇੰਡੀਅਨਸ ਨੂੰ, ਭਾਰਤੀ ਨਾਗਰਿਕਾਂ ਨੂੰ ਦਿੱਤੇ ਗਏ ਨੇਗੇ। ਦ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਵਾਜ਼ ਅਡੋਪਟਡ ਬਾਈ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਔਨ 10 ਦਸੰਬਰ 1948। 10 ਦਸੰਬਰ 1948 ਨੂੰ ਯੂਨੀਵਰਸਲ ਡੈਕਲੇਰੇਸ਼ਨ ਹੋਈ ਸੀਗੀ ਹਿਊਮਨ ਰਾਈਟਸ ਦੀ। ਠੀਕ ਹੈ, ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਦੁਆਰਾ। ਇਹਦੇ ਵਿੱਚ 24 ਤੋਂ ਵੱਧ ਅਧਿਕਾਰ ਦੀ ਗੱਲ ਕੀਤੀ ਗਈ ਹੈ, ਅਧਿਕਾਰਾਂ ਦੀ ਗੱਲ ਕੀਤੀ ਗਈ ਹੈ। ਇਨ ਦਿਸ ਡੈਕਲੇਰੇਸ਼ਨ ਦ ਗਰੁੱਪ ਆਫ ਦੀਜ਼ ਰਾਈਟਸ ਆਰ ਕਾਲਡ ਹਿਊਮਨ ਰਾਈਟਸ। ਇਸ ਘੋਸ਼ਣਾ ਦੇ ਵਿੱਚ ਜਿਹੜੇ ਅਧਿਕਾਰਾਂ ਦੀ ਗੱਲ ਕੀਤੀ ਗਈ ਆ ਉਸੇ ਨੂੰ ਅਸੀਂ ਕੀ ਕਹਿੰਦੇ ਹਾਂ, ਹਿਊਮਨ ਰਾਈਟਸ ਕਹਿ ਦਿੰਦੇ ਹਾਂ। ਮਤਲਬ ਹੁਣ ਤੁਸੀਂ ਜਿਹੜੀਆਂ ਗੱਲਾਂ ਪਹਿਲਾਂ ਪੜ੍ਹਾ ਕੇ ਆਏਗਾ, ਜੌਨ ਲੌਕ ਵਾਲੀ, ਠੀਕ ਹੈ, ਹਿਊਮਨ ਰਾਈਟਸ ਦੀ ਡੈਕਲੇਰੇਸ਼ਨ ਵਾਲੀ, ਕਿੰਨੇ ਇਹਦੇ ਵਿੱਚ ਅਧਿਕਾਰ ਨੇ, ਕਦੋਂ ਇਹ ਬਣਿਆਗਾ, ਇਹ ਯਾਦ ਰੱਖ ਲਿਓ। ਇੱਕ ਇਹ ਗੱਲ ਸਮਝ ਲਿਓ ਬੇਟੇ, ਖਾਲੀ ਨਹੀਂ ਛੱਡਣਾ ਪੇਪਰ, ਖਾਲੀ ਬਿਲਕੁਲ ਨਹੀਂ ਛੱਡਣਾ। ਜੋ ਤੁਹਾਨੂੰ ਸਮਝ ਆਇਆ ਉਹ ਲਿਖ ਦਿਓ, ਠੀਕ ਹੈ, ਜੋ ਤੁਹਾਨੂੰ ਸਮਝ ਆਇਆ ਉਹ ਲਿਖੋ। ਹਾਂਜੀ, ਅੱਗੇ ਹੈਗਾ ਹੁਣ ਇੰਡੀਆ ਇਹਦੇ ਬਾਰੇ ਕੀ ਕਰ ਰਿਹਾ ਹੈਗਾ। ਇੰਡੀਆ ਇਜ਼ ਕਮਿਟਡ ਟੂ ਇੰਪਲੀਮੈਂਟ ਦ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਵਿਚ ਵਾਜ਼ ਮੇਡ ਔਨ ਦਾ 10 ਦਸੰਬਰ 1948। ਇੰਡੀਆ ਪਾਬੰਦ ਹੈਗਾ ਯੂਨੀਵਰਸਲ ਡਿਕਲੇਰੇਸ਼ਨ ਨੂੰ ਇੰਪਲੀਮੈਂਟ ਕਰਨ ਦੇ ਲਈ, ਲਾਗੂ ਕਰਨ ਦੇ ਲਈ, ਜਿਹੜੀ ਕਿ 10 ਦਸੰਬਰ 1948 ਨੂੰ ਹੋਈ ਸੀਗੀ। ਇਹ ਘੋਸ਼ਣਾ ਹੈ ਅਧਿਕਾਰਾਂ ਦੀ। ਉਸ ਤੋਂ ਬਾਅਦ ਆਪਾਂ ਪਹਿਲੇ ਹੀ ਦੇਖ ਲਿਆ ਕਿ 6 ਫੰਡਾਮੈਂਟਲ ਰਾਈਟ ਦਿੱਤੇ ਗਏ ਨੇਗੇ। ਸੁਪਰੀਮ ਕੋਰਟ ਹੈਜ਼ ਬੀਨ ਕੰਸਿਡਰਡ ਐਟ ਦ ਗਾਰਡੀਅਨ ਆਫ ਫੰਡਾਮੈਂਟਲ ਰਾਈਟਸ। ਗਾਰਡੀਅਨ ਹੈਗੀ ਫੰਡਾਮੈਂਟਲ ਰਾਈਟਸ ਦੀ ਕੌਣ? ਸੁਪਰੀਮ ਕੋਰਟ, ਦੇਸ਼ ਦੀ ਸਭ ਤੋਂ ਵੱਡੀ ਅਦਾਲਤ। ਹਿਊਮਨ ਰਾਈਟਸ ਕਮਿਸ਼ਨ ਐਟ ਸੈਂਟਰ ਐਂਡ ਸਟੇਟਸ, ਠੀਕ ਹੈ, ਕੀ ਹੈਗਾ, ਹਿਊਮਨ ਰਾਈਟਸ ਕਮਿਸ਼ਨ ਨੇ ਜਿਹੜੇ ਇਸਟੈਬਲਿਸ਼ ਕੀਤੇ ਗਏ ਨੇਗੇ ਸੈਂਟਰ ਦੇ ਵਿੱਚ ਵੀ ਅਤੇ ਸਟੇਟ ਦੇ ਵਿੱਚ ਵੀ। ਹੁਣ ਆਪਣਾ ਇੱਕ ਕੁਐਸਚਨ ਹੋਰ ਆਉਂਦਾ ਹੁੰਦਾ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ। ਇਹ ਕੀ ਹੈਗਾ? NHRC ਵੀ ਕਹਿ ਦਿੱਤਾ ਜਾਂਦਾ ਗਾ ਇਹਨੂੰ, ਠੀਕ ਹੈ। ਇਹ ਕਦੋਂ ਬਣਿਆ ਸੀ, ਕੀ ਹੈ ਇਹ? ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਵਾਜ਼ ਇਸਟੈਬਲਿਸ਼ਡ ਔਨ 12 ਅਕਤੂਬਰ 1993। 12 ਅਕਤੂਬਰ 1993 ਨੂੰ NHRC ਬਣਿਆ ਸੀ। ਇਨ ਦਿਸ ਕਮਿਸ਼ਨ 1 ਰਿਟਾਇਰਡ ਜੱਜ ਆਫ ਸੁਪਰੀਮ ਕੋਰਟ ਐਂਡ 1 ਵਰਕਿੰਗ ਜੱਜ। ਇੱਕ ਤਾਂ ਸੁਪਰੀਮ ਕੋਰਟ ਦਾ ਰਿਟਾਇਰਡ ਜੱਜ ਹੋਊਗਾ, ਇੱਕ ਜਿਹੜਾ ਵਰਕਿੰਗ ਜੱਜ ਹੋਊਗਾ। ਇਸੇ ਤਰ੍ਹਾਂ ਹੀ ਹਾਈ ਕੋਰਟ ਦਾ ਵਰਕਿੰਗ ਜੱਜ ਹੋਊਗਾ, ਠੀਕ ਹੈ, ਅਤੇ ਇੱਕ ਰਿਟਾਇਰਡ ਜੱਜ ਹੋਊਗਾ। ਅਤੇ ਕੁਛ 2 ਬੰਦੇ ਉਹ ਹੋਣਗੇ ਜਿਹੜੇ ਕਿ ਮਨੁੱਖੀ ਅਧਿਕਾਰਾਂ ਦੀ ਜਾਣਕਾਰੀ ਰੱਖਦੇ ਹੋਣਗੇ, ਠੀਕ ਹੈ। ਇਹਨਾਂ ਤੋਂ ਇਲਾਵਾ ਜਿਹੜੇ ਮਾਈਨੋਰਟੀਜ਼ ਦੇ ਨਾਲ SC ST ਹੋਣਗੇ, ਉਹ ਵੀ ਇਹਦੇ ਕੀ ਹੁੰਦੇ ਨੇ, ਮੈਂਬਰ ਹੁੰਦੇ ਨੇਗੇ, ਠੀਕ ਹੈ। ਇਹ ਇਹਨਾਂ ਤੋਂ ਮਿਲ ਕੇ ਬਣਦਾ ਗਾ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ, ਠੀਕ ਹੈ। ਅਤੇ ਹੁਣ ਜਿਹੜਾ 2022 ਤੋਂ 2 ਮਈ 2022 ਤੋਂ ਸੈਕਟਰੀ ਜਨਰਲ ਹੈ NHRC ਦਾ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦਾ, ਉਹ ਦਵਿੰਦਰ ਕੁਮਾਰ ਸਿੰਘ ਹੈਗਾ। ਦੇ ਆਰ ਅਪੋਇੰਟਡ ਬਾਏ ਪ੍ਰੈਜ਼ੀਡੈਂਟ। ਇਹਨਾਂ ਦੀ ਅਪੋਇੰਟਮੈਂਟ ਕੌਣ ਕਰਦਾ ਹੈਗਾ? ਪ੍ਰੈਜ਼ੀਡੈਂਟ ਕਰਦਾ ਹੈਗਾ, ਠੀਕ ਹੈ ਰਾਜੀ। ਉਸ ਤੋਂ ਅੱਗੇ ਹੈਗਾ ਫੰਕਸ਼ਨ ਐਂਡ ਪਾਵਰਸ ਆਫ ਦਾ ਕਮਿਸ਼ਨ। ਇਹਦਾ ਕੀ ਕੰਮ ਹੈਗਾ ਅਤੇ ਇਹਦੀਆਂ ਕੀ ਸ਼ਕਤੀਆਂ ਨੇਗੀਆਂ? ਇਹ NHRC ਦਾ ਜਿਹੜਾ ਕੰਮ ਹੈਗਾ, ਟੂ ਇਨਵੈਸਟੀਗੇਟ ਦਾ ਕੰਪਲੇਂਟ ਆਫ ਵਾਇਲੇਸ਼ਨ। ਜਿੱਥੇ ਵੀ ਮਨੁੱਖੀ ਅਧਿਕਾਰਾਂ ਨੂੰ ਖਤਰਾ ਹੁੰਦਾ ਹੈਗਾ, ਠੀਕ ਹੈ, ਵਾਇਲੇਸ਼ਨ ਹੁੰਦੀ ਹੈਗੀ, ਉਹਨਾਂ ਨੂੰ ਦਬਾਇਆ ਜਾਂਦਾ, ਕੁਚਲਿਆ ਜਾਂਦਾ ਹੈਗਾ, ਉਹਨੂੰ ਇਨਵੈਸਟੀਗੇਟ ਕਰਨਾ ਹੈਗਾ ਕਿਹਨੇ? NHRC ਨੇ। ਹਿਊਮਨ ਰਾਈਟਸ ਦੇ ਖੇਤਰ ਦੇ ਵਿੱਚ ਖੋਜਾਂ ਕਰਨੀਆਂ, ਠੀਕ ਹੈ। ਟੂ ਮੇਕ ਮੋਰ ਐਂਡ ਮੋਰ ਪੀਪਲ ਅਵੇਅਰ ਅਬਾਊਟ ਹਿਊਮਨ ਰਾਈਟਸ। ਲੋਕਾਂ ਨੂੰ ਜਾਗਰੂਕ ਕਰਨਾ ਹਿਊਮਨ ਰਾਈਟਸ ਦੇ ਲਈ।
ਹਿਊਮਨ ਰਾਈਟਸ ਕੀ ਨੇਗੇ ਇਹਦੇ ਲਈ ਜਾਣਕਾਰੀ ਦੇਣੀ। ਟੈਰਰਿਜ਼ਮ ਦੇ ਮਸਲੇ 'ਤੇ ਵਿਚਾਰ ਕਰਨੀ, ਠੀਕ ਹੈ, ਐਕਸ਼ਨ ਲੈਣੇ। ਇਫੈਕਟਿਵ ਇੰਪਲੀਮੈਂਟੇਸ਼ਨ ਆਫ ਹਿਊਮਨ ਰਾਈਟਸ ਨੂੰ ਲਾਗੂ ਕਰਵਾਉਣਾ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਕੁਐਸਚਨ ਬਣਦਾ ਹੈਗਾ ਕਿ ਇੰਡੀਆ ਦਾ ਕੀ ਰੋਲ ਰਿਹਾ ਹੈਗਾ ਹੁਣ ਇੱਥੇ। ਅਨਡਾਊਟਡਲੀ ਇੰਡੀਆ ਹੈਜ਼ ਪਲੇਡ ਆ ਗੁੱਡ ਰੋਲ ਇਨ ਦਾ ਫੀਲਡ ਆਫ ਹਿਊਮਨ ਰਾਈਟਸ, ਠੀਕ ਹੈ। ਹਿਊਮਨ ਰਾਈਟਸ ਦੇ ਖੇਤਰ ਦੇ ਵਿੱਚ ਇੰਡੀਆ ਦਾ ਬਹੁਤ ਵੱਡਾ ਰੋਲ ਰਿਹਾ ਹੈਗਾ, ਇੱਕ ਚੰਗਾ ਰੋਲ ਰਿਹਾ ਹੈਗਾ ਔਨ ਦਾ ਇੰਟਰਨੈਸ਼ਨਲ ਲੈਵਲ, ਅੰਤਰਰਾਸ਼ਟਰੀ ਪੱਧਰ 'ਤੇ। ਟਾਈਮ ਟੂ ਟਾਈਮ ਕਲਰ, ਰੇਸ, ਕਾਸਟ, ਕਲੋਨੀਅਲਿਜ਼ਮ, ਇੰਪੀਰੀਅਲਿਜ਼ਮ ਐਂਡ ਅਦਰ ਈਵਲਸ ਹੈਵ ਬੀਨ ਰਿਫਿਊਟਡ, ਹੈਵ ਪ੍ਰੂਵਡ ਰੋਂਗ। ਮਤਲਬ ਇਹਨੂੰ ਰਿਫਿਊਟਡ ਦਾ ਮਤਲਬ ਵੀ ਇਹਨੂੰ ਗਲਤ ਸਾਬਿਤ ਕੀਤਾ ਗਾ ਕਿ ਜਿਹੜਾ ਰੰਗ ਦੇ ਤੌਰ 'ਤੇ, ਜਾਤ ਦੇ ਤੌਰ 'ਤੇ, ਠੀਕ ਹੈ, ਨਸਲ ਦੇ ਤੌਰ 'ਤੇ ਭੇਦਭਾਵ ਕਰਦੇ ਸੀਗੇ, ਊਚ ਨੀਚ ਦਾ ਮਤਲਬ ਬੋਲਬਾਲਾ ਸੀ, ਉਹਨੂੰ ਰੋਂਗ ਪ੍ਰੂਵ ਕਰਦਾ ਰਿਹਾ ਹੈਗਾ ਕੌਣ? ਇੰਡੀਆ। ਇਨ ਸਮ ਇਕਨੋਮਿਕਲੀ ਬੈਕਵਰਡ ਸਟੇਟਸ ਆਫ ਇੰਡੀਆ ਪੀਪਲ ਨੋ ਵੈਰੀ ਲਿਟਲ ਅਬਾਊਟ ਹਿਊਮਨ ਰਾਈਟਸ। ਕੁਛ ਭਾਰਤ ਦੇ ਜਿਹੜੇ ਦੇਸ਼ ਨੇਗੇ, ਠੀਕ ਹੈ, ਭਾਰਤ ਦੇ ਜਿਹੜੇ ਰਾਜ ਨੇਗੇ, ਜਿਵੇਂ ਬਿਹਾਰ, ਉੜੀਸਾ, ਤਾਮਿਲਨਾਡੂ, ਇਹ ਗਰੀਬ ਨੇਗੇ, ਠੀਕ ਹੈ। ਇਹਨਾਂ ਜਿਵੇਂ ਬਿਹਾਰ ਅਤੇ ਉੜੀਸਾ 'ਚ ਤਾਂ ਖਾਸ ਤੌਰ 'ਤੇ ਇਹਨਾਂ ਲੋਕਾਂ ਨੂੰ ਹਿਊਮਨ ਰਾਈਟਸ ਬਾਰੇ ਨਹੀਂ ਪਤਾ, ਬੰਧੂਆ ਮਜ਼ਦੂਰੀ ਵਗੈਰਾ ਸਾਰਾ ਕੁਛ ਇੱਥੇ ਚੱਲਦਾ ਹੈਗਾ। ਸੋ ਦੇ ਆਰ ਸਮ ਟਾਈਮ ਵਿਕਟਿਮਸ ਆਫ ਐਕਸਪਲੋਇਟੇਸ਼ਨ, ਉਹ ਸ਼ੋਸ਼ਣ ਹੁੰਦਾ ਹੈਗਾ ਉਹਨਾਂ ਦਾ, ਠੀਕ ਹੈ, ਉਹ ਵਿਕਟਿਮਸ ਨੇ, ਸ਼ੋਸ਼ਣ ਹੁੰਦਾ ਹੈਗਾ ਜਿਹੜਾ ਉਹਨਾਂ ਦਾ, ਐਕਸਪਲੋਇਟੇਸ਼ਨ ਹੁੰਦੀ ਹੈ ਉਹਨਾਂ ਦੀ, ਉਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਜਾਂਦੀ ਹੈ। ਇਸ ਕਰਕੇ ਪਾਵਰਟੀ ਡਿਸਟਰੋਇਜ਼ ਇਕਨੋਮਿਕ ਐਂਡ ਸੋਸ਼ਲ ਰਾਈਟਸ, ਗਰੀਬੀ ਹੈ ਜਿਹੜੀ ਉਹ ਆਰਥਿਕ ਅਤੇ ਸਮਾਜਿਕ ਅਧਿਕਾਰਾਂ ਨੂੰ ਖਤਮ ਕਰ ਦਿੰਦੀ ਹੈ। ਸੱਚ ਐਜ਼ ਰਾਈਟ ਟੂ ਹੈਲਥ, ਠੀਕ ਹੈ, ਉਹਨਾਂ ਦੀ ਸਿਹਤ ਦਾ ਜਿਹੜਾ ਅਧਿਕਾਰ ਹੁੰਦਾ ਉਹ ਵੀ ਖੋਇਆ ਜਾਂਦਾ ਹੈ। ਪੱਕੇ ਘਰ ਦੇ ਵਿੱਚ ਨਹੀਂ ਰਹਿ ਸਕਦੇ ਉਹ, ਫੂਡ ਨਹੀਂ ਵਧੀਆ ਮਿਲਦਾ, ਪਿਓਰ ਵਾਟਰ ਨਹੀਂ ਮਿਲ ਪਾਉਂਦਾ, ਐਜੂਕੇਸ਼ਨ ਨਹੀਂ ਮਿਲ ਪਾਉਂਦੀ। ਸੋ ਇਹ ਜਿਹੜੇ ਰਾਈਟਸ ਨੇ ਉਹ ਡਿਸਟਰੋਏ ਹੋ ਜਾਂਦੇ ਨੇ, ਠੀਕ ਹੈ। ਇਹ ਤੁਹਾਡਾ ਹੋ ਗਿਆ ਹਿਊਮਨ ਰਾਈਟਸ ਦਾ ਕੁਐਸਚਨ ਹੈ ਜਿਹੜਾ। ਉਸ ਤੋਂ ਬਾਅਦ ਇੱਕ ਕੁਐਸਚਨ ਆਉਂਦਾ ਹੈਗਾ ਡਿਸਆਰਮਾਮੈਂਟ ਕੀ ਹੈਗਾ। ਡਿਸਆਰਮਾਮੈਂਟ ਵੈਰੀ ਵੈਰੀ ਇੰਪੋਰਟੈਂਟ ਹੈਗਾ ਇਹ, ਠੀਕ ਹੈ। ਹੁਣ ਜਿਹੜਾ ਆਪਾਂ ਕਾਫੀ ਸਾਰੇ ਕੁਐਸਚਨ ਕਰ ਚੁੱਕੇ ਹੈਗੇ, ਇਹਨਾਂ ਕੁਐਸਚਨਾਂ ਦੇ ਵਿੱਚੋਂ ਤੁਹਾਨੂੰ ਪੱਕਾ ਬਹੁਤ ਜ਼ਿਆਦਾ ਕੁਐਸਚਨ ਅੜਨਗੇ, ਠੀਕ ਹੈ। ਇਹ ਬੀ ਪਾਰਟ ਹੈਗਾ, ਇਹਦੇ ਵਿੱਚੋਂ ਲਗਭਗ ਸਾਰੇ ਇੱਕ ਵਾਰ ਸੁਣ ਲਿਓ ਤਾਂ ਬਹੁਤ ਕੁਛ ਤੁਹਾਨੂੰ ਸਮਝ ਆ ਜਾਊਗਾ। ਡਿਸਆਰਮਾਮੈਂਟ ਦਾ ਮਤਲਬ ਕੀ ਹੁੰਦਾ ਹੈ? ਬੈਨਿੰਗ ਨਿਊਕਲੀਅਰ ਵੈਪਨਸ ਔਰ ਡਿਸਟਰੋਇੰਗ ਵਟ ਐਵਰ ਵੈਪਨਸ ਵੀ ਹੈਵ। ਜਿਹੜੇ ਵੀ ਸਾਡੇ ਕੋਲੇ ਪਰਮਾਣੂ ਬੰਬ ਵਰਗੇ ਖਤਰਨਾਕ ਹਥਿਆਰ ਨੇ ਉਹਨਾਂ ਨੂੰ ਬੈਨ ਕਰ ਦੇਣਾ ਜਾਂ ਪੂਰੀ ਤਰ੍ਹਾਂ ਖਤਮ ਕਰ ਦੇਣਾ, ਜਿਨ੍ਹਾਂ ਕਰਕੇ ਮਨੁੱਖਤਾ ਨੂੰ ਖਤਰਾ ਹੈ। ਡਿਸਆਰਮਾਮੈਂਟ ਦੀ ਲੋੜ ਕਿਉਂ ਪਈ ਹੈਗੀ? ਟੂ ਪ੍ਰੀਵੈਂਟ ਮਿਲਟਰੀ ਅਲਾਇੰਸਸ, ਟੂ ਰਿਡਿਊਸ ਇੰਟਰਨੈਸ਼ਨਲ ਟੈਂਸ਼ਨ, ਫॉर ਵਰਲਡ ਪੀਸ ਐਂਡ ਸਿਕਿਉਰਿਟੀ, ਫॉर ਇਕਨੋਮਿਕ ਡਿਵੈਲਪਮੈਂਟ ਐਂਡ ਸੇਵ ਹਿਊਮੈਨਿਟੀ, ਠੀਕ ਹੈ। ਇਹ ਇਸ ਦੀ ਜ਼ਰੂਰਤ ਸੀਗੀ। ਹੁਣ ਇਹ ਮਿਲਟਰੀ ਅਲਾਇੰਸ ਕੀ ਹੁੰਦੇ ਨੇਗੇ ਰਾਜੇ? 1991 ਤੋਂ ਪਹਿਲਾਂ ਅਤੇ ਇਹ ਸ਼ੁਰੂ ਹੋਈ ਸੀਗੀ 1945 ਦੇ ਵਿੱਚ, ਸ਼ਾਇਦ 1945 ਤੋਂ ਲੈ ਕੇ 91 ਤੱਕ ਦੀ ਗੱਲ ਹੈ। ਸੰਸਾਰ ਦੋ ਗੁੱਟਾਂ 'ਚ ਵੰਡਿਆ ਹੋਇਆ ਸੀ। ਇੱਕ ਸੀ UN, ਇੱਕ ਸੀ USSR, ਠੀਕ ਹੈ, USSR, ਯੂਨੀਅਨ ਸੋਸ਼ਲਿਸਟ ਸੋਵੀਅਤ ਰਿਪਬਲਿਕ ਇਹਦੀ ਫੁੱਲ ਫੋਮ ਹੈਗੀ। ਅਤੇ ਇਹ ਦੋਨੇ ਲੜ ਰਹੇ ਸੀ ਆਪਸ ਦੇ ਵਿੱਚ, ਇੱਕ ਕੋਲਡ ਵਾਰ ਚੱਲ ਰਹੀ ਸੀਗੀ, ਠੀਕ ਹੈ। ਤਾਂ ਹੁਣ ਜਦੋਂ USSR ਭੰਗ ਹੋ ਰਿਹਾ ਹੈਗਾ ਤਾਂ ਸਾਰੇ ਦੇਸ਼ਾਂ ਨੇ ਮਿਲ ਕੇ ਮਿਲਟਰੀ ਅਲਾਇੰਸਸ, ਕਹਿ ਦਈਏ ਸੈਨਿਕ ਗੁੱਟ ਬਣਾਉਣੇ ਸ਼ੁਰੂ ਕੀਤੇ ਹੋਏ ਨੇਗੇ, ਠੀਕ ਹੈ। ਸੈਨਿਕ ਗੁੱਟਾਂ ਦੇ ਵਿੱਚ ਨਹੀਂ ਆਉਣਾ ਕਿਸੇ ਨੇ ਵੀ। ਤਾਂ ਟੂ ਰਿਡਿਊਸ ਇੰਟਰਨੈਸ਼ਨਲ ਟੈਂਸ਼ਨ, ਠੀਕ ਹੈ, ਅੰਤਰਰਾਸ਼ਟਰੀ ਜਿਹੜਾ ਟੈਨਸ਼ਨ ਹੈਗੀ ਵੱਧਦੀ ਜਾ ਰਹੀ ਹੈਗੀ, ਗਰਮਾ ਗਰਮੀ ਗਹਿਮਾ ਗਹਿਮੀ ਵੱਧਦੀ ਜਾ ਰਹੀ ਹੈਗੀ, ਠੀਕ ਹੈ, ਉਹਨੂੰ ਘੱਟ ਕਰਨਾ ਹੈਗਾ। ਫॉर ਵਰਲਡ ਪੀਸ ਐਂਡ ਸਿਕਿਉਰਿਟੀ, ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣੀ ਹੈਗੀ, ਹਰ ਇੱਕ ਦੇਸ਼ ਦਾ ਵਿਕਾਸ ਕਰਨਾ, ਇਕਨੋਮਿਕ ਡਿਵੈਲਪਮੈਂਟ ਕਰਨੀ। ਸਭ ਤੋਂ ਵੱਡਾ ਮੁੱਦਾ, ਅਸੀਂ ਮਨੁੱਖਤਾ ਨੂੰ ਨੁਕਸਾਨ ਨਹੀਂ ਪਹੁੰਚਾਉਣਾ। ਹੁਣ ਵੀ ਆਪਾਂ ਦੇਖ ਰਹੇ ਹਾਂ ਕਿ ਇਜ਼ਰਾਈਲ ਅਤੇ ਹਮਾਸ ਦੀ ਜਿਹੜੀ ਲੜਾਈ ਚੱਲ ਰਹੀ ਹੈ ਉਹ 'ਚ ਮਰ ਤਾਂ ਬੰਦੇ ਹੀ ਰਹੇ ਨੇ, ਠੀਕ ਹੈ। ਇਕੱਲੀ ਹਿਊਮੈਨਿਟੀ ਦਾ ਮਤਲਬ ਇਕੱਲੇ ਬੰਦੇ ਨਹੀਂ ਹੁੰਦੇ, ਉੱਥੋਂ ਦੇ ਜਾਨਵਰਾਂ ਦਾ ਵੀ ਨੁਕਸਾਨ ਹੈ, ਇਨਵਾਇਰਮੈਂਟ ਦਾ ਵੀ ਨੁਕਸਾਨ ਹੈ,
ਠੀਕ ਹੈ। ਬੰਦੇ ਜਿਉਂਦੇ ਵੀ ਮਰੇ ਹੁੰਦੇ ਨੇ, ਇਹ ਵੀ ਗੱਲ ਹਿਸਾਬ ਲਾ ਲਿਓ। ਜਿਹੜੇ ਬੰਬ ਸਿੱਟ ਰਹੇ ਨੇ ਉਹ ਵੀ ਤਾਂ ਮਰੇ ਹੋਏ ਨੇ, ਕਿਉਂਕਿ ਉਹਨਾਂ ਨੇ ਇਨਵਾਇਰਮੈਂਟ ਨੂੰ ਖਤਰਾ, ਮਤਲਬ ਇਨਵਾਇਰਮੈਂਟ ਦੀ ਤਾਂ ਪਰਵਾਹ ਨਹੀਂ ਕਰ ਰਹੇ, ਜੰਗਲੀ ਜਾਨਵਰਾਂ ਦੀ ਪਰਵਾਹ ਨਹੀਂ ਕਰ ਰਹੇ ਉਹ। ਤਾਂ ਇਹੋ ਜਿਹੀ ਹਿਊਮੈਨਿਟੀ ਨੂੰ ਅਸੀਂ ਬਚਾਉਣਾ ਹੈਗਾ ਭਾਈ, ਉਹਨਾਂ ਨੂੰ ਸਮਝਾਉਣਾ ਹੈ ਵੀ ਲੜਾਈ ਨੂੰ ਰੋਕੋ, ਲੜਾਈ 'ਚ ਕੁਛ ਨਹੀਂ ਰੱਖਿਆ। ਉਸ ਤੋਂ ਬਾਅਦ ਇੰਡੀਆ ਐਂਡ ਡਿਸਆਰਮਾਮੈਂਟ, ਭਾਰਤ ਤੇ ਨਿਸ਼ਸਤਰੀਕਰਨ, ਇਹ ਕੀ ਮਤਲਬ ਇਹਦਾ ਕੀ ਰਾਏ ਹੈਗੀ ਭਾਰਤ ਦੀ ਇਹਦੇ ਪ੍ਰਤੀ। ਇੰਡੀਆ ਹੈਜ਼ ਆਲਵੇਜ਼ ਸਪੋਰਟਡ ਡਿਸਆਰਮਾਮੈਂਟ, ਡਿਸਆਰਮਾਮੈਂਟ ਨੂੰ ਹਮੇਸ਼ਾ ਸਪੋਰਟ ਕੀਤਾ ਗਾ ਇੰਡੀਆ ਨੇ। ਇੰਡੀਆ ਹੈਜ਼ ਮੇਡ ਦਾ ਫੋਲੋਇੰਗ ਐਫਰਟਸ ਫॉर ਡਿਫਰੈਂਟ ਡਿਸਆਰਮਾਮੈਂਟ, ਡਿਸਆਰਮਾਮੈਂਟ ਦੇ ਲਈ ਹੇਠ ਲਿਖੇ ਉਹਨੇ ਸਟੈਪ ਚੱਕੇ ਨੇਗੇ। ਇੰਡੀਆ ਬਿਕੇਮ ਅ ਮੈਂਬਰ ਆਫ ਡਿਸਆਰਮਾਮੈਂਟ ਕਮਿਸ਼ਨ, ਡਿਸਆਰਮਾਮੈਂਟ ਕਮਿਸ਼ਨ ਦਾ ਮੈਂਬਰ ਹੈਗਾ ਜਿਹੜਾ ਯੂਨਾਈਟਿਡ ਨੇਸ਼ਨ ਨੇ ਬਣਾਇਆ ਸੀ। Regarding India's nuclear explosion and disarmament, it is opinion that India has conducted these tests for self defense and security। ਭਾਵੇਂ ਕਹਿੰਦੇ ਵੀ ਇੰਡੀਆ ਨੇ ਨਿਊਕਲੀਅਰ ਐਕਸਪਲੋਜਨ ਕੀਤਾ ਹੈਗਾ, ਪਰ ਇਹ ਐਕਸਪਲੋਜਨ ਸੈਲਫ ਡਿਫੈਂਸ ਤੇ ਸਿਕਿਉਰਿਟੀ ਵਾਸਤੇ ਉਸਨੇ ਕੀਤੇ ਸੀਗੇ। ਠੀਕ ਹੈ। ਉਸ ਤੋਂ ਅੱਗੇ ਇਹ ਤੁਹਾਡਾ ਜਿਹੜਾ ਹੈਗਾ ਕੁਐਸਚਨ ਇੱਥੇ ਖਤਮ ਹੁੰਦਾ ਹੈਗਾ, ਇੰਡੀਆ ਤੇ ਡਿਸਆਰਮਾਮੈਂਟ ਵਾਲਾ ਕੁਐਸਚਨ ਹੈ ਜਿਹੜਾ, ਤਾਂ ਇਹਨੂੰ ਚੰਗੀ ਤਰ੍ਹਾਂ ਕਰ ਲਿਓ। ਇਹ ਵੀ ਤੁਹਾਡਾ 3 ਜਾਂ 4 ਨੰਬਰਾਂ 'ਚ ਆ ਸਕਦਾ ਹੈਗਾ, ਹੋ ਸਕਦਾ ਵੱਡਿਆਂ 'ਚ ਵੀ ਆ ਜਾਏ। ਇਸ ਤੋਂ ਬਾਅਦ ਆਪਾਂ ਗਲੋਬਲਾਈਜੇਸ਼ਨ ਦੇਖਦੇ ਹਾਂ। ਇਸ ਤੋਂ ਬਾਅਦ ਇੰਪੋਰਟੈਂਟ ਕੁਐਸਚਨ ਆਉਂਦਾ ਹੈਗਾ ਗਲੋਬਲਾਈਜੇਸ਼ਨ ਦਾ। ਗਲੋਬਲਾਈਜੇਸ਼ਨ ਕੀ ਹੁੰਦੀ ਹੈ? ਗਲੋਬਲਾਈਜੇਸ਼ਨ ਮੀਨਸ ਟਰਨਿੰਗ ਆਫ ਦਾ ਹੋਲ ਵਰਲਡ ਇਨਟੂ ਅ ਵਿਲੇਜ, ਪੂਰੇ ਸੰਸਾਰ ਨੂੰ ਇੱਕ ਪਿੰਡ ਦੇ ਵਿੱਚ ਬਦਲ ਦੇਣਾ, ਇਸ ਨੂੰ ਹੀ ਗਲੋਬਲਾਈਜੇਸ਼ਨ ਕਹਿੰਦੇ ਹੈਗੇ। ਠੀਕ ਹੈ। ਅਤੇ ਡੋਮੈਸਟਿਕ ਇਕੋਨਮੀ ਨੂੰ ਵਰਲਡ ਇਕੋਨਮੀ ਦੇ ਵਿੱਚ ਬਦਲ ਦੇਣਾ, ਇਹ ਵੀ ਤੁਸੀਂ ਲਿਖ ਸਕਦੇ ਹੋਗੇ। ਠੀਕ ਹੈ। ਟੂਡੇ ਆਲ ਦਾ ਕੰਟਰੀਜ਼ ਆਰ ਵੈਰੀ ਕਲੋਜ਼ ਟੂ ਈਚ ਅਦਰ, ਸਾਰੀਆਂ ਕੰਟਰੀਜ਼ ਨੇ ਜਿਹੜੀਆਂ ਉਹ ਇੱਕ ਦੂਜੇ ਦੇ ਨੇੜੇ ਨੇਗੀਆਂ, ਪੋਲੀਟੀਕਲੀ ਐਂਡ ਇਕਨੋਮਿਕਲੀ, ਰਾਜਨੀਤਿਕ ਤੌਰ 'ਤੇ ਅਤੇ ਆਰਥਿਕ ਤੌਰ 'ਤੇ ਇੱਕ ਦੂਜੇ ਦੇ ਨੇੜੇ ਨੇਗੀਆਂ। ਦ ਈਵੈਂਟ ਆਫ ਵਨ ਕੰਟਰੀ ਮਸਟ ਹੈਵ ਐਨ ਇੰਪੈਕਟ ਔਨ ਅਦਰ ਕੰਟਰੀਜ਼, ਹਰੇਕ ਕੰਟਰੀ ਦੇ ਕਿਸੇ ਵੀ ਕੰਮ ਦਾ ਦੂਜੀ ਕੰਟਰੀ 'ਤੇ ਅਸਰ ਪੈਂਦਾ ਹੈ। ਜਿਹੜੀ ਵੀ ਘਟਨਾ ਕਿਸੇ ਇੱਕ ਕੰਟਰੀ 'ਚ ਵਾਪਰਦੀ ਹੈ ਉਹਦਾ ਦੂਜੀ 'ਤੇ ਪ੍ਰਭਾਵ ਜ਼ਰੂਰ ਪੈਂਦਾ ਹੈ। ਇਟ ਹੈਜ਼ ਬਰੋਟ ਅਨਪ੍ਰੀਸੈਂਡੈਂਟਡ ਰੈਵੋਲਿਊਸ਼ਨ ਜਾਂ ਗ੍ਰੇਟ ਰੈਵੋਲਿਊਸ਼ਨ, ਗਲੋਬਲਾਈਜੇਸ਼ਨ ਇੱਕ ਮਹਾਨ ਕ੍ਰਾਂਤੀ ਲੈ ਕੇ ਆਈ ਹੈਗੀ ਵਰਲਡ ਇਕੋਨਮੀ ਦੇ ਵਿੱਚ। ਤਾਂ ਕੀ ਕਾਰਨ ਸੀ ਕਿ ਸਾਨੂੰ ਗਲੋਬਲਾਈਜੇਸ਼ਨ ਲੈ ਕੇ ਆਉਣੀ ਪਈ? ਅਤੇ ਮੀਡੀਆ ਐਂਡ ਮੀਨਸ ਆਫ ਕਮਿਊਨੀਕੇਸ਼ਨ ਸਟਰੈਂਥਡ ਦਾ ਪ੍ਰੋਸੈਸ ਆਫ ਗਲੋਬਲਾਈਜੇਸ਼ਨ, ਮੀਡੀਆ ਅਤੇ ਮੀਨਸ ਨੇਗੇ ਜਿਹੜੇ ਕਮਿਊਨੀਕੇਸ਼ਨ ਦੇ, ਉਹ ਸਟਰੋਂਗ ਕਰਦੇ ਨੇ ਗਲੋਬਲਾਈਜੇਸ਼ਨ ਨੂੰ। ਡਿਊ ਟੂ ਦਾ ਐਂਡ ਆਫ ਕੋਲਡ ਵਾਰ ਬਿਟਵੀਨ ਅਮੈਰੀਕਾ ਐਂਡ ਸੋਵੀਅਤ ਯੂਨੀਅਨ, ਅਮਰੀਕਾ ਅਤੇ ਸੋਵੀਅਤ ਯੂਨੀਅਨ ਦੇ ਜਦੋਂ ਇਹ ਕੋਲਡ ਵਾਰ ਖਤਮ ਹੋਈ ਸੀ ਤਾਂ ਅਮਰੀਕਾ ਵਰਲਡ ਦੀ ਨੰਬਰ 1 ਪਾਵਰ ਬਣ ਗਿਆ ਸੀਗਾ, ਵਿਚ ਆਲਸੋ ਐਨਕਰੇਜਡ ਗਲੋਬਲਾਈਜੇਸ਼ਨ, ਅਤੇ ਗਲੋਬਲਾਈਜੇਸ਼ਨ ਨੂੰ ਇਹ ਸਪੋਰਟ ਕਰਦਾ ਸੀ। ਠੀਕ ਹੈ। ਉਸ ਤੋਂ ਅੱਗੇ ਮੋਰ ਇਨਵੈਸਟਮੈਂਟ ਇਨ ਫੋਰਨ ਕੈਪੀਟਲ, ਜ਼ਿਆਦਾ ਜਦੋਂ ਅਸੀਂ ਡਿਵੈਲਪਮੈਂਟ ਕਰਨੀ ਹੁੰਦੀ ਹੈ ਤਾਂ ਸਾਨੂੰ ਵਿਦੇਸ਼ੀ ਪੂੰਜੀ ਦੀ ਜ਼ਰੂਰਤ ਹੁੰਦੀ ਹੈਗੀ। ਵਰਲਡ ਬੈਂਕ, IMF, ਇੰਟਰਨੈਸ਼ਨਲ ਆਰਗੇਨਾਈਜੇਸ਼ਨ ਲਾਈਕ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਆਲਸੋ ਇਨਕਰੇਜ ਦਾ ਗਲੋਬਲਾਈਜੇਸ਼ਨ। ਠੀਕ ਹੈ। ਗਲੋਬਲਾਈਜੇਸ਼ਨ ਨੂੰ ਕੌਣ ਕੌਣ ਇਨਕਰੇਜ ਕਰਦਾ ਹੈਗਾ? ਫੋਰਨ ਕੈਪੀਟਲ ਹੋ ਗਈ, ਵਰਲਡ ਬੈਂਕ ਹੋ ਗਿਆ, IMF ਹੋ ਗਈ, UN ਹੋ ਗਿਆ। ਠੀਕ ਹੈ। ਇਹ ਸਾਰੇ ਗਲੋਬਲਾਈਜੇਸ਼ਨ ਦੇ ਸਪੋਰਟਰ ਨੇਗੇ, ਆਪਾਂ ਇਹਨੂੰ ਸਪੋਰਟਰ ਕਹਿ ਸਕਦੇ ਹੈਗੇ, ਅਤੇ ਰੀਜ਼ਨਸ ਲਿਖਿਆ ਪਿਆ ਸਪੋਰਟਰ ਹੈ। ਠੀਕ ਹੈ। ਸਪੋਰਟਰ ਮਤਲਬ ਕੌਣ ਕੌਣ ਨੇਗੇ, ਕੌਣ ਕੌਣ ਸਪੋਰਟ ਕਰਦਾ ਹੈਗਾ ਗਲੋਬਲਾਈਜੇਸ਼ਨ ਨੂੰ। ਹੁਣ ਗਲੋਬਲਾਈਜੇਸ਼ਨ ਦੇ ਫੀਚਰਸ ਕੀ ਕੀ ਨੇਗੇ? ਗਲੋਬਲਾਈਜੇਸ਼ਨ ਦੇ ਫੀਚਰਸ ਦੇਖ ਲੈਂਦੇ ਆਪਾਂ। ਇੰਟਰਨੈਸ਼ਨਲ ਇਕਨੋਮਿਕ ਡਿਵੈਲਪਮੈਂਟ, ਅੰਤਰਰਾਸ਼ਟਰੀ ਜੇ ਤੁਸੀਂ ਵਿਕਾਸ ਕਰਨਾ ਹੈਗਾ ਤਾਂ ਉਹਦੇ ਲਈ ਤੁਹਾਨੂੰ ਗਲੋਬਲਾਈਜੇਸ਼ਨ ਨੂੰ ਅਪਣਾਉਣਾ ਪਊਗਾ। ਠੀਕ ਹੈ। ਜੇ ਤੁਸੀਂ ਵਿਦੇਸ਼ੀ ਪੂੰਜੀ ਕਿਸੇ ਆਪਣੇ ਦੇਸ਼ ਦੇ ਵਿੱਚ ਲੈ ਕੇ ਆਉਣੀ ਆ, ਫੋਰਨ ਇਨਵੈਸਟਮੈਂਟ ਲੈ ਕੇ ਆਉਣਾ ਹੈ, ਬਾਹਰਲੀਆਂ ਮਸ਼ੀਨਾਂ ਲੈ ਕੇ ਆਉਣੀਆਂ ਨੇ, ਤਾਂ ਤੁਹਾਨੂੰ ਗਲੋਬਲਾਈਜੇਸ਼ਨ ਅਪਣਾਉਣਾ ਪਊਗਾ। ਫਿਰ UN ਦੇ ਆਪਾਂ ਉੱਪਰ ਵੀ ਪੜ੍ਹ ਚੁੱਕੇ ਹਾਂ ਕਿ IMF, ਵਰਲਡ ਬੈਂਕ ਤੋਂ ਕਰਜ਼ਾ ਵੀ ਸਾਨੂੰ ਗਲੋਬਲਾਈਜੇਸ਼ਨ ਦੇ ਨਾਲ ਹੀ ਮਿਲੂਗਾ। ਐਕਸਚੇਂਜ ਆਫ ਨੌਲੇਜ ਐਂਡ ਟੈਕਨੋਲੋਜੀ, ਅਸੀਂ ਆਪਣੇ ਜਿਹੜੇ ਇੱਧਰ ਮਤਲਬ ਇੰਜੀਨੀਅਰ ਵਗੈਰਾ ਨੇਗੇ, ਠੀਕ ਹੈ, ਸੋਫਟਵੇਅਰ ਇੰਜੀਨੀਅਰ ਵਗੈਰਾ,
ਅਸੀਂ ਉੱਧਰ ਭੇਜ ਦਿਆਂਗੇ, ਠੀਕ ਹੈ। ਜਿਵੇਂ ਤੁਹਾਡਾ ਸੁੰਦਰ ਪਿਚੋਈ ਹੈਗਾ, ਉਹ ਵੀ ਸੋਫਟਵੇਅਰ ਇੰਜੀਨੀਅਰ ਹੀ ਸੀਗਾ। ਵੱਡੀ ਵੱਡੀ ਫਰਮਾਂ ਦੇ ਵਿੱਚ ਜਾ ਕੇ ਉਹ ਮਾਲਕ ਬਣ ਜਾਂਦੇ ਨੇ, CEO ਬਣ ਜਾਂਦੇ ਨੇ। ਤਾਂ ਨੌਲੇਜ ਅਤੇ ਟੈਕਨੋਲੋਜੀ ਅਸੀਂ ਦੋਨੋਂ ਸ਼ੇਅਰ ਕਰ ਦਿਆਂਗੇ। ਅਸੀਂ ਉਹਨਾਂ ਤੋਂ ਟੈਕਨੋਲੋਜੀ ਲੈਂਦੇ ਹਾਂ ਅਤੇ ਆਪਣੀ ਨੌਲੇਜ ਲੈਂਦੇ ਹਾਂ ਉਹਨਾਂ ਨੂੰ। ਮਾਈਗ੍ਰੇਸ਼ਨ, ਪ੍ਰਵਾਸ ਕਰਦੇ ਹੋ ਇੱਕ ਦੂਜੇ ਦੇ ਦੇਸ਼ਾਂ ਦੇ ਵਿੱਚ, ਗਲੋਬਲਾਈਜੇਸ਼ਨ ਰਾਹੀਂ ਨੌਕਰੀਆਂ ਕਰਨ ਜਾਂਦੇ ਹੋ ਬਾਹਰ। ਕੰਪੀਟੀਸ਼ਨ ਦੇ ਵਿੱਚ ਲੈ ਕੇ ਆਉਣਾ ਹਰੇਕ ਦੇਸ਼ ਨੂੰ, ਠੀਕ ਹੈ, ਕਿਉਂਕਿ ਇੱਕ ਦੂਜੇ ਦੀ ਮਦਦ ਕਰਨੀ, ਕੰਪੀਟੀਸ਼ਨ ਦੇ ਮਤਲਬ ਵਿੱਚ ਆਉਣ ਦੇ ਲਈ, ਮੁਕਾਬਲਾ ਕਰਨ ਦੇ ਲਈ। ਉਸ ਤੋਂ ਅੱਗੇ ਆ ਜਾਂਦਾ ਹੈਗਾ ਸਟੈਪ ਟੁਵਾਰਡਸ ਗਲੋਬਲਾਈਜੇਸ਼ਨ। ਇੰਡੀਆ ਦੇ ਕੀ ਕਦਮ ਰਹੇ ਨੇਗੇ? ਤਾਂ ਇਹਦੇ ਲਈ ਇੰਡੀਆ ਨੇ ਲਾਇਸੈਂਸ ਸਿਸਟਮ ਹੈ ਜਿਹੜਾ ਉਹ ਖ਼ਤਮ ਕਰਤਾ, ਕਿਉਂਕਿ ਲਾਇਸੈਂਸ ਸਿਸਟਮ ਦੇ ਵਿੱਚ ਇਹ ਹੁੰਦਾ ਸੀਗਾ ਕਿ ਜਿਹੜਾ ਵੀ ਰਜਿਸਟਰਾਰ ਹੁੰਦਾ ਸੀਗਾ, ਜਿਹੜਾ ਰਜਿਸਟਰਡ ਕਰਦਾ ਹੁੰਦਾ ਸੀ, ਲਾਇਸੈਂਸ ਦਿੰਦਾ ਹੁੰਦਾ ਸੀ, ਉਹ ਬਹੁਤ ਸਾਰਾ ਚਾਰਜ ਲੈਂਦਾ ਸੀਗਾ, ਰਿਸ਼ਵਤ ਖਾਂਦਾ ਸੀਗਾ, ਜਿਹਦੇ ਕਰਕੇ ਇਹੋ ਜਿਹੇ ਜਿਹੜੇ ਮਤਲਬ ਇਨਵੈਸਟਮੈਂਟ ਸੀ ਉਹ ਘੱਟ ਹੁੰਦੀ ਸੀ ਸਾਡੇ ਇੱਥੇ, ਠੀਕ ਹੈ। ਪ੍ਰਾਈਵੇਟਾਈਜੇਸ਼ਨ, ਠੀਕ ਹੈ। ਇੰਡੀਆ ਨੇ ਕੀ ਕੀਤਾ ਗਾ, ਜਿਹੜੀਆਂ ਵੀ ਫਰਮਾਂ ਉਹਨਾਂ ਦੀਆਂ ਚੱਲਦੀਆਂ ਨਹੀਂ ਸੀਗੀਆਂ, ਬੇਕਾਰ ਪਈਆਂ ਸੀਗੀਆਂ, ਠੀਕ ਹੈ, ਉਹਨਾਂ ਨੂੰ ਵੇਚਤਾ ਪ੍ਰਾਈਵੇਟ ਕੰਪਨੀ ਨੂੰ ਕਿ ਇੱਕ ਵਾਰ ਚਲਾ ਕੇ ਦੇ ਦੇਣਗੇ, ਠੀਕ ਹੈ, ਜਾਂ ਲੀਜ਼ 'ਤੇ ਦੇਤਾ, ਇਹ ਸਮਝ ਲਓ ਵੀ ਇੱਕ ਵਾਰ ਚੱਲ ਪੂਗਾ ਇਹ, ਬਾਅਦ ਦੇ ਵਿੱਚ ਅਸੀਂ ਆਪੇ ਇਹ 'ਤੇ ਕਬਜ਼ਾ ਕਰ ਲਾਂਗੇ। ਤਾਂ ਉਸ ਤੋਂ ਬਾਅਦ ਮੈਂਬਰਸ਼ਿਪ ਆਫ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਮੈਂਬਰਸ਼ਿਪ ਲਈ ਹੈਗੀ ਇੰਡੀਆ ਨੇ। ਮਲਟੀਨੈਸ਼ਨਲ ਕੰਪਨੀਜ਼ ਇਨ ਇੰਡੀਆ ਕੌਣ ਕੌਣ ਨੇ? ਪੈਪਸੀਕੋ, ਜਿਹਦੇ ਤੁਸੀਂ ਲੇਜ਼ ਵਗੈਰਾ ਖਾਂਦੇ ਹੋ ਨਾ, ਪੈਪਸੀਕੋ ਇਜ਼ਰਾਈਲ ਦੀ ਕੰਪਨੀ ਹੈਗੀ ਇਹ ਪੈਪਸੀਕੋ, ਠੀਕ ਹੈ। ਇਹ ਵਾਲੀਆਂ ਕੰਪਨੀਆਂ ਨੇ ਜਿਹੜੀਆਂ ਇੱਥੇ ਆਈਆਂ ਨੇਗੀਆਂ। ਐਮਾਜ਼ੋਨ ਮਲਟੀਨੈਸ਼ਨਲ ਕਾਰਪੋਰੇਸ਼ਨ ਹੈਗੀ। ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜਦੋਂ ਗਲੋਬਲਾਈਜੇਸ਼ਨ ਆਊਗੀ ਤਾਂ ਫੋਰਨ ਟੈਕਨੋਲੋਜੀ, ਫੋਰਨ ਕਰੰਸੀ ਸਾਡੇ ਦੇਸ਼ ਦੇ ਵਿੱਚ ਆਊਗੀ, ਜਿਹੜੀ ਕਿ ਡਿਵੈਲਪਮੈਂਟ ਦੇ ਲਈ ਜ਼ਰੂਰੀ ਹੁੰਦੀ ਹੈ। ਉਸ ਤੋਂ ਬਾਅਦ ਬੈਨੀਫਿਟਸ ਆਫ ਗਲੋਬਲਾਈਜੇਸ਼ਨ ਟੂ ਇੰਡੀਆ। ਗਲੋਬਲਾਈਜੇਸ਼ਨ ਦੇ ਕੀ ਬੈਨੀਫਿਟ ਨੇਗੇ? ਤਾਂ ਸਭ ਤੋਂ ਪਹਿਲਾਂ ਸਾਡੀ ਜਿਹੜੀ ਗਰੋਥ ਹੁੰਦੀ ਹੈਗੀ ਇਕੋਨਮੀ, ਠੀਕ ਹੈ, ਇਕਨੋਮਿਕ ਗਰੋਥ ਹੁੰਦੀ ਹੈ ਸਾਡੀ, ਆਰਥਿਕ ਵਾਧਾ ਹੁੰਦਾ ਗਾ, ਸਾਡੇ ਕੋਲ ਪੈਸਾ ਆਉਂਦਾ ਗਾ, ਰੁਜ਼ਗਾਰ ਵੱਧਦਾ ਹੈਗਾ, ਠੀਕ ਹੈ, ਐਕਸਪੋਰਟ ਵੱਧ ਜਾਂਦੇ ਨੇਗੇ, ਠੀਕ ਹੈ, ਵਿਦੇਸ਼ੀ ਪੈਸਾ ਵੱਧ ਜਾਂਦਾ ਹੈਗਾ, ਸਾਡਾ ਮਾਣ ਵੱਧ ਜੂਗਾ, ਅਸੀਂ ਵੱਡੇ ਦੇਸ਼ਾਂ 'ਚ ਬੈਠਣ ਲੱਗ ਜਾਂਗੇ। ਇਹ ਸਾਰੀਆਂ ਚੀਜ਼ਾਂ ਦੇ ਗਲੋਬਲਾਈਜੇਸ਼ਨ ਦੇ ਸਾਨੂੰ ਫਾਇਦੇ ਨੇਗੇ। ਇਹਦੇ ਨੁਕਸਾਨ ਕੀ ਨੇਗੇ? ਜਦੋਂ ਸਾਡੇ ਕੋਲ ਬਾਹਰਲੀਆਂ ਕੰਪਨੀਆਂ ਆ ਜਾਣਗੀਆਂ ਤਾਂ ਸਾਡੀ ਜਿਹੜੀਆਂ ਡੋਮੈਸਟਿਕ ਕੰਪਨੀਜ਼ ਨੇਗੀਆਂ, ਸਾਡੀਆਂ ਸਮਾਲ ਸਕੇਲ ਇੰਡਸਟਰੀਜ਼ ਨੇਗੀਆਂ, ਉਹ ਖਤਮ ਹੋ ਜਾਣਗੀਆਂ, ਠੀਕ ਹੈ। ਹੁਣ ਤੁਸੀਂ ਜੇ 5 ਰੁਪਏ ਵਾਲਾ ਰੇਹੜੀ ਵਾਲੇ ਨੂੰ ਦੇਖੋਗੇ ਤਾਂ ਸ਼ਾਇਦ ਹੀ ਉਹਦੇ ਕੋਲ ਕੋਈ ਖਰੀਦਦਾ ਹੋਵੇ, ਪਰ 5 ਰੁਪਏ ਵਾਲਾ ਲੇਜ਼ ਜ਼ਰੂਰ ਖਰੀਦ ਲੂਗਾ, ਠੀਕ ਹੈ। ਕਈ ਚੀਜ਼ਾਂ ਅਸੀਂ ਸਾਡੇ ਘਰੇਲੂ ਬਣਦੀਆਂ ਨੇਗੀਆਂ, ਮਿੱਟੀ ਦੇ ਭਾਂਡੇ ਸਾਡੇ ਕੋਲ ਹੈਗੇ ਨੇ, ਅਸੀਂ ਯੂਜ਼ ਨਹੀਂ ਕਰਦੇ ਉਹਨਾਂ ਨੂੰ, ਪਰ ਫਿਰ ਵੀ ਅਸੀਂ ਅਲਮੀਨੀਅਮ, ਸਟੀਲ ਵਗੈਰਾ ਇਹ ਯੂਜ਼ ਕਰਦੇ ਹੈਗੇ, ਹੈ ਨਾ। ਤਾਂ ਜਾਂ ਕੋਈ ਹੋਰ ਵੀ ਲਾ ਲਓ, ਘਰੇਲੂ ਜਿਹੜੇ ਉਦਯੋਗ ਨੇਗੇ ਉਹ ਵੱਡੇ ਜਿਹੜੀਆਂ ਮਸ਼ੀਨਾਂ ਨਾਲ ਬਣਾਈਆਂ ਹੋਈਆਂ ਚੀਜ਼ਾਂ ਨੇਗੀਆਂ, ਉਹ ਉਹਨਾਂ ਨੂੰ ਖਤਮ ਕਰ ਦਿੰਦੀਆਂ ਨੇਗੀਆਂ। ਗੈਪ ਬਿਟਵੀਨ ਰਿਚ ਐਂਡ ਪੂਅਰ ਇਨਕਰੀਜ਼ਡ, ਠੀਕ ਹੈ। ਕੈਪੀਟਲਿਜ਼ਮ ਨੂੰ ਸਪੋਰਟ ਕਰਦਾ, ਕਿਉਂਕਿ ਗਲੋਬਲਾਈਜੇਸ਼ਨ ਸੋਵੀਅਤ ਯੂਨੀਅਨ ਸੋਸ਼ਲਿਜ਼ਮ ਲਿਆਉਣਾ ਚਾਹੁੰਦਾ ਸੀਗਾ। ਸੋਸ਼ਲਿਜ਼ਮ ਨੂੰ ਕਿਨਾਰੇ 'ਤੇ ਕਰਕੇ ਕੈਪੀਟਲਿਜ਼ਮ ਲਿਆਂਦਾ ਗਿਆ। ਕੈਪੀਟਲਿਜ਼ਮ ਦੇ ਕਰਕੇ ਰਿਚ ਐਂਡ ਪੂਅਰ ਦਾ ਜਿਹੜਾ ਗੈਪ ਹੈ ਉਹ ਵੱਧਦਾ ਜਾ ਰਿਹਾ ਹੈਗਾ। ਇੰਟਰਫੇਰੈਂਸ ਆਫ ਫੋਰਨ ਕੰਪਨੀਜ਼ ਇਨ ਇੰਡੀਆ, ਠੀਕ ਹੈ। ਬਾਹਰਲੀਆਂ ਕੰਪਨੀਆਂ ਜਦੋਂ ਇੱਥੇ ਆ ਜਾਂਦੀਆਂ ਨੇਗੀਆਂ ਤਾਂ ਇੱਥੋਂ ਦੇ ਪੋਲੀਟਿਕਸ ਦੇ ਵਿੱਚ ਵੀ ਕੁੱਦ ਪੈਂਦੀਆਂ ਨੇਗੀਆਂ, ਰਾਜਨੀਤਿਕ ਦਖਲਅੰਦਾਜ਼ੀਆਂ ਕਰਦੀਆਂ ਨੇਗੀਆਂ, ਠੀਕ ਹੈ। ਇਹ ਇਹਦਾ ਨੁਕਸਾਨ ਹੈਗਾ ਆਪਾਂ ਨੂੰ, ਠੀਕ ਹੈ, ਕਿਉਂਕਿ ਉਹਨਾਂ ਨੇ ਤਾਂ ਉਹੀ ਚੁਣਨਾ ਨਾ, ਜੇ ਉਹੀ ਲੀਡਰ ਦੀ ਮਦਦ ਕਰਨਗੇ ਉਹ, ਜਿਹੜੇ ਉਹਨਾਂ ਨੂੰ ਮਤਲਬ ਵੱਧ ਤੋਂ ਵੱਧ ਸਹੂਲਤਾਂ ਦੇਊਗਾ। ਆਮ ਲੋਕਾਂ ਦੀ ਤਾਂ ਉਹਨਾਂ ਨੇ ਗੱਲ ਹੀ ਨਹੀਂ ਸੁਣਨੀ। ਟੂਡੇ ਇੰਡੀਆ ਹੈਜ਼ ਬਿਕਮ ਐਨ ਇੰਟੀਗਰਲ ਪਾਰਟ ਆਫ ਗਲੋਬਲਾਈਜੇਸ਼ਨ, ਠੀਕ ਹੈ। ਮਤਲਬ ਕਿ ਇਹਦੀ ਇਹ ਬਹੁਤ ਵੱਡੀ ਭੂਮਿਕਾ ਹੈ ਇੰਡੀਆ ਦੀ। ਦ ਹੋਲ ਵਰਲਡ ਸੀਜ਼ ਇੰਡੀਆ ਐਜ਼ ਸਟਰੋਂਗ ਮਾਰਕੀਟ। ਸਾਰਾ ਸੰਸਾਰ ਇਹਨੂੰ ਇੱਕ ਵਧੀਆ ਮਾਰਕੀਟ ਦੇ ਤੌਰ 'ਤੇ ਜਾਣਦਾ ਹੈਗਾ, ਦੇਖਦਾ ਹੈਗਾ ਇੰਡੀਆ ਨੂੰ। ਇੰਡੀਅਨ ਇਕੋਨਮੀ ਹੈਜ਼ ਇੰਪਰੂਵਡ ਡਿਊ ਟੂ ਪਾਲਿਸੀ ਆਫ ਗਲੋਬਲਾਈਜੇਸ਼ਨ। 1991 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਲੈ ਕੇ ਆਏ ਸੀਗੇ ਇਹ, ਠੀਕ ਹੈ। LPG, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ, ਇਹ ਲੈ ਕੇ ਆਏ ਸੀਗੇ ਇੰਡੀਆ ਦੇ ਵਿੱਚ ਡਾਕਟਰ ਮਨਮੋਹਨ ਸਿੰਘ 1991 ਦੇ ਵਿੱਚ। ਯਾਦ ਰੱਖਿਓ, ਪੀਪਲ ਹੈਵ ਗੋਟ ਓਪਰਚੁਨਿਟੀਜ਼ ਟੂ ਡੂ ਡਿਫਰੈਂਟ ਥਿੰਗਸ। ਲੋਕਾਂ ਨੂੰ ਆਪਣੇ ਵੱਖ-ਵੱਖ ਕੰਮ ਕਰਨ ਦਾ ਜਿਹੜਾ ਹੈਗਾ ਮੌਕਾ ਮਿਲ ਜਾਂਦਾ ਹੈਗਾ। ਤਾਂ ਇਹ ਵੈਰੀ ਵੈਰੀ ਇੰਪੋਰਟੈਂਟ ਪਾਰਟ ਮੈਂ ਕਰਵਾ ਚੁੱਕਿਆ ਗਾ ਇੱਥੇ। ਤੁਸੀਂ ਇਹਨੂੰ ਇੱਕ ਵਾਰ ਇੱਕ ਵਾਰ ਸੁਣ ਹੀ ਲਿਓ ਬਸ, ਇਹਦੇ ਨਾਲ ਚਾਹੇ ਜ਼ਿਆਦਾ ਸਪੀਡ 'ਤੇ ਸੁਣ ਲਿਓ। ਅਤੇ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਨਾ ਭੁੱਲਿਓ ਭਾਈ। ਮਿਹਨਤ ਲੱਗਦੀ ਹੈਗੀ, ਤੁਹਾਡੇ ਲਈ ਕੀਤਾ ਗਾ। ਇਹਦੇ ਵਿੱਚੋਂ ਤੁਹਾਨੂੰ ਪੱਕਾ 2 ਜਾਂ 3 ਕੁਐਸਚਨ, ਤੁਹਾਡੀ ਕਿਸਮਤ ਚੰਗੀ ਹੋਈ ਤਾਂ ਅੜਨਗੇ ਜ਼ਰੂਰ, ਛੋਟੇ 'ਚ ਵੀ ਅੜ ਸਕਦਾ ਹੈਗਾ। ਤਾਂ ਇਹ ਇੰਨਾ ਕੀ ਹੈ। ਧੰਨਵਾਦ ਭਾਈ। ਇੱਕ ਵੀਡੀਓ ਹੋਰ ਆਊਗੀ, ਉਹ ਵੀ ਦੇਖ ਲਿਓ।